ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਸਿਹਤ ਮਾਮਲਿਆਂ ਨੂੰ ਲੈ ਕੇ ਅੱਜ ਇੱਕ ਵਾਰ ਫੇਰ ਅਸੀਂ ਚਰਚਾ ਕਰਾਂਗੇ ਡਾਕਟਰ ਵਰਿੰਦਰ ਸਿੰਘ ਭੁੱਲਰ ਹੋਣਾ ਦੇ ਨਾਲ। ਤੇ ਅੱਜ ਦਾ ਵਿਸ਼ਾ ਰਹੇਗਾ ਪਲੈਸੀਬੋ। ਮੈਨੂੰ ਪਤਾ ਹੈ ਪੱਲੇ ਪੈਣ ਵਾਲੀ ਬਿਮਾਰੀ ਨਹੀਂ ਹੈਗੀ, ਲੇਕਿਨ ਇਹਨੂੰ ਬਿਮਾਰੀ ਕਿਹਾ ਜਾਵੇ ਜਾਂ ਇਹਨੂੰ ਕੁਝ ਹੋਰ ਕਿਹਾ ਜਾਵੇ, ਇਹ ਆਪਾਂ ਡਾਕਟਰ ਸਾਹਿਬ ਤੋਂ ਪੁੱਛਾਂਗੇ। ਪਰ ਇਹਦੇ ਲਈ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਸੁਣਾ ਦਿੰਦਾ ਕਿ ਲੋਕ ਪੁਰਾਣੇ ਜ਼ਮਾਨਿਆਂ 'ਚ ਵੀ ਤੇ ਅੱਜ ਵੀ ਝਾੜਿਆਂ ਦੇ ਨਾਲ ਠੀਕ ਹੋ ਰਹੇ ਨੇ। ਵੀ ਝਾੜਾ ਮਾਰ ਫੂਕ ਮਾਰਦਾ ਮੱਥੇ 'ਤੇ ਹੱਥ ਰੱਖ ਕੇ ਬੰਦਾ, ਤੇ ਉਹ ਬੰਦਾ ਜਿਹੜਾ ਉਹ ਠੀਕ ਹੋ ਜਾਂਦਾ। ਸਿਰ ਦੇ ਉੱਤੇ ਮੋਰ ਖੰਭ ਲਾ ਕੇ 10 ਵਾਰੀ ਜਿਹੜਾ ਉਹ ਮਾਰਦਾ, ਤੇ ਉਹ ਬੰਦਾ ਮੁੜ ਕੇ ਜਾ ਕੇ ਉਹ 2-3 ਵਾਰ ਦੇ ਵਿੱਚ ਉਹ ਠੀਕ ਹੋ ਜਾਂਦਾ। ਕੀ ਉਹਦੇ ਪਿੱਛੇ ਦੇ ਕਾਰਨ ਨੇ? ਕੀ ਉਹਦੇ ਪਿੱਛੇ ਦੀ ਸਾਇੰਸ ਹੈ? ਕਿ ਵਾਕਈ ਉਹ ਝਾੜਾ ਠੀਕ ਕਰ ਰਿਹਾ ਜਾਂ ਉਹਦੇ ਪਿੱਛੇ ਦੀ ਕੋਈ ਹੋਰ ਸਾਇੰਸ ਕੰਮ ਕਰ ਰਹੀ ਹੈ? ਵਿਸ਼ਵਾਸ ਹੁੰਦਾ ਕਿ ਆਪਾਂ ਫਲਾਣੀ ਜਗ੍ਹਾ 'ਤੇ ਜਾਈਏ ਅਤੇ ਉੱਥੇ ਜਾ ਕੇ ਜਿਹੜਾ ਆਪਾਂ ਮੱਥਾ ਟੇਕੀਏ ਜਾਂ ਉਹਦੇ ਜਾ ਕੇ ਇਸ਼ਨਾਨ ਕਰੀਏ ਅਤੇ ਉਹਦੇ ਨਾਲ ਜਿਹੜਾ ਆਪਣਾ ਸਰੀਰ, ਆਪਣਾ ਜਿਹੜੇ ਰੋਗ ਜਿਹੜੇ ਨੇ ਉਹ ਕੱਟੇ ਜਾਣਗੇ। ਵਾਕਈ ਹੀ ਇਸ਼ਨਾਨ ਕਰਨ ਦੇ ਨਾਲ ਰੋਗ ਕੱਟੇ ਜਾਂਦੇ ਨੇ ਜਾਂ ਫਿਰ ਉਹਦੇ ਪਿੱਛੇ ਕੋਈ ਨਾਲ ਉਹਦੇ ਵਿਸ਼ਵਾਸ ਦੇ ਨਾਲ ਨਾਲ ਕੋਈ ਸਾਇੰਸ ਵੀ ਕੰਮ ਕਰ ਰਹੀ ਹੈ? ਅਤੇ ਕਿਉਂ ਇਸ ਤਰ੍ਹਾਂ ਦੇ ਹਾਲਾਤ ਪਹੁੰਚ ਜਾਂਦੇ ਨੇ ਜਦੋਂ ਆਪਾਂ ਇਹਨਾਂ ਵਿਚਾਰਾਂ ਦੇ ਵਿੱਚ ਘਿਰ ਜਾਂਦੇ ਹੈਗੇ ਆ? ਇਹ ਸਾਰਾ ਅੱਜ ਜਿਹੜਾ ਡਾਕਟਰ ਵਰਿੰਦਰ ਸਿੰਘ ਭੁੱਲਰ ਹੋਣਾ ਦੇ ਨਾਲ ਵਿਚਾਰ ਚਰਚਾ ਕਰਾਂਗੇ ਅਤੇ ਵਿਸਥਾਰ ਦੇ ਨਾਲ ਜਾਣਕਾਰੀ ਤੁਹਾਡੇ ਤੱਕ ਪਹੁੰਚਾਵਾਂਗੇ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ 'ਤੇ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ ਜੀ। ਨਿਊਜ਼ ਏਸ਼ੀਆ ਪੰਜਾਬੀ ਔਰ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ, ਪਲੈਸੀਬੋ, ਨਸੀਬੋ ਦਾ ਸੁਣਿਆ ਸੀ, ਪਲੈਸੀਬੋ ਜਿਹੜਾ ਇਹ ਪਹਿਲੀ ਵਾਰ ਸੁਣਿਆ। ਨਸੀਬੋ ਤਾਂ ਫਿਲਮ ਦੇਖੀ ਸੀ। ਇਹ ਪਲੈਸੀਬੋ ਬਿਮਾਰੀ ਹੈ ਜਾਂ ਫਿਰ ਇਹ ਕੁਝ ਹੋਰ ਹੈ? ਕਿਉਂਕਿ ਇਹਨੂੰ ਬਿਮਾਰੀ ਕਹਿਣ ਨੂੰ ਵੀ ਦਿਲ ਨਹੀਂ ਕਰਦਾ। ਅਤੇ ਇਹ ਕੀ ਹੈ? ਇਹ ਥੋੜ੍ਹਾ ਜਿਹਾ ਇਸੇ ਨੂੰ ਸਮਝਾ ਦਿਓ ਪਹਿਲਾਂ, ਫਿਰ ਆਪਾਂ ਅੱਗੇ ਤੁਰਾਂਗੇ। ਹਾਂ, ਪਲੈਸੀਬੋ ਇਹ ਇਫੈਕਟ ਹੈ, ਠੀਕ ਹੈ। ਸਾਡੇ ਸਰੀਰ ਦੇ ਅੰਦਰ ਸਾਡੇ ਬ੍ਰੇਨ ਦੀ ਇੱਕ ਤਾਕਤ ਹੈ, ਉਹਦਾ ਨਾਮ ਹੈ ਪਲੈਸੀਬੋ। ਤੁਸੀਂ ਹੁਣੇ ਜ਼ਿਕਰ ਕਿਹਾ ਕਿ ਨਸੀਬੋ ਫਿਲਮ ਦੇਖੀ ਸੀ, ਇਹਦਾ ਆਪੋਜ਼ਿਟ ਨੋਸੀਬੋ ਹੀ ਹੈ। ਨਸੀਬੋ ਹੀ ਹੈ? ਹਾਂ, ਕੀ ਬਾਤ ਹੈ, ਕੀ ਬਾਤ ਹੈ, ਕੀ ਬਾਤ। ਨਸੀਬੋ ਹੀ ਹੈ। ਤਾਂ ਉਹਦੇ ਉੱਤੇ ਵੀ ਆਪਾਂ ਆਵਾਂਗੇ। ਪਲੈਸੀਬੋ ਸਿਸਟਮ ਅਲਟੀਮੇਟ ਕੀ ਹੈ ਕਿ ਸਾਡੀ ਬ੍ਰੇਨ ਦੇ ਅੰਦਰ ਰੋਜ਼ ਲੱਖਾਂ ਦੀ ਤਾਦਾਦ ਦੇ ਵਿੱਚ ਵਿਚਾਰ ਪ੍ਰੋਡਿਊਸ ਹੁੰਦੇ ਨੇ, ਠੀਕ ਹੈ। ਹਾਂ, ਥਾਟਸ ਆਉਂਦੇ ਨੇ ਔਰ ਸਾਡੇ ਜਿਹੜੇ ਨਿਊਰੋਨ ਸੈੱਲ ਨੇ, ਠੀਕ ਹੈ, ਉਹ ਅਰਬਾਂ ਦੀ ਤਾਦਾਦ ਦੇ ਨਾਲ ਕੈਮੀਕਲ ਰਿਐਕਸ਼ਨਸ ਜਿਹੜੇ ਕਿ ਉਹਨਾਂ ਨੂੰ ਕੰਟਰੋਲ ਵੀ ਕਰਦੇ ਔਰ ਤਿਆਰ ਵੀ ਕਰਦੇ ਆ, ਠੀਕ ਹੈ। ਉਸੇ ਇੱਕ ਬ੍ਰੇਨ ਦੇ ਅੰਦਰ, ਸਰੀਰ ਦੇ ਅੰਦਰ, ਬ੍ਰੇਨ ਦੁਆਰਾ ਸਰੀਰ ਦੇ ਅੰਦਰ ਕੀਤੀ ਜਾ ਰਹੀਆਂ ਕੈਮੀਕਲ ਤਬਦੀਲੀਆਂ ਨੂੰ ਹੀ ਪਲੈਸੀਬੋ ਇਫੈਕਟ ਕਹਿੰਦੇ ਨੇ। ਹਾਂ, ਹੁਣ ਜਿਹੜੀਆਂ ਉਹ ਤਬਦੀਲੀਆਂ ਨੇ ਉਹ ਡਿਪੈਂਡ ਨੇ ਕਿਹਦੇ ਉੱਤੇ? ਤੁਹਾਡੀ ਸੋਚ, ਤੁਹਾਡੀ ਵਿਚਾਰ, ਤੁਹਾਡੇ ਫੇਥ ਦੇ ਉੱਪਰ, ਵਿਸ਼ਵਾਸ ਦੇ ਉੱਪਰ। ਜਿਸ ਤਰ੍ਹਾਂ ਦੀ ਤੁਹਾਡੀ ਸੋਚ, ਵਿਚਾਰ, ਵਿਸ਼ਵਾਸ ਹੁੰਦਾ ਹੈ, ਉਸ ਤਰ੍ਹਾਂ ਦਾ ਸਾਡਾ ਜਿਹੜਾ ਬ੍ਰੇਨ ਹੈ ਉਹ ਸਾਡੇ ਸਰੀਰ ਦੇ ਅੰਦਰ ਬਦਲਾਵ ਲਿਆਉਣੇ ਸ਼ੁਰੂ ਕਰ ਦਿੰਦਾ। ਉਸ ਤਰ੍ਹਾਂ ਦੇ ਕੈਮੀਕਲੀ ਵਰਕ ਸ਼ੁਰੂ ਹੋ ਜਾਂਦੇ ਨੇ ਸਾਡੇ ਸਰੀਰ ਦੇ ਵਿੱਚ, ਠੀਕ ਹੈ। ਇਹਦੇ ਛੋਟੇ ਛੋਟੇ ਐਗਜ਼ਾਮਪਲਸ ਨੇ। ਜਿਵੇਂ ਉਦਾਹਰਨ ਦਿੰਦਾ, ਕਿਉਂਕਿ ਆਪਣੇ ਨਾਲ ਪੇਸ਼ੈਂਟ ਜੁੜੇ ਹੋਏ ਨੇ ਤਾਂ ਉਹਨਾਂ ਨੂੰ ਉਹਨਾਂ ਦੀ ਹੀ ਇੱਕ ਵੋਕੈਬਲਰੀ 'ਚ ਸਮਝਾਇਆ ਜਾਏ ਤਾਂ ਠੀਕ ਰਹੇਗਾ। ਪੇਸ਼ੈਂਟ ਕਿਸੇ ਵੀ ਡਾਕਟਰ ਕੋਲ ਜਾਂਦਾ ਔਰ ਜਿਵੇਂ ਜੇ ਉੱਥੇ ਡਾਕਟਰ ਨੇ ਉਹਦੀ ਗੱਲ ਨੂੰ ਬੜੇ ਧਿਆਨ ਨਾਲ ਸੁਣ ਲਿਆ ਔਰ ਉਹਦੀਆਂ ਗੱਲਾਂ ਨੂੰ ਉਹਦੀ ਭਾਸ਼ਾ 'ਚ ਆਨਸਰ ਕਰ ਦਿੱਤਾ ਔਰ ਉਹਦੀ ਤਸੱਲੀ ਹੋ ਗਈ, ਪੇਸ਼ੈਂਟ ਕਹਿੰਦਾ ਵੀ ਡਾਕਟਰ ਬਹੁਤ ਸਿਆਣਾ ਹੈ, ਬੜਾ ਅੱਛਾ ਹੈ, ਇਹਨੂੰ ਮੇਰਾ ਰੋਗ ਸਮਝ ਆ ਗਿਆ, ਇਹਨੂੰ ਮੇਰਾ ਰੋਗ ਸਮਝ ਆ ਗਿਆ। ਅੱਛਾ, ਉਸ ਤੋਂ ਬਾਅਦ ਫਿਰ ਪਲੈਸੀਬੋ ਇਫੈਕਟ ਸ਼ੁਰੂ ਹੋ ਜਾਂਦਾ। ਹੁਣ ਇਹ ਗੱਲ ਸੋਚ ਕੇ ਪੇਸ਼ੈਂਟ ਨੇ ਆਪਣੇ ਅੰਦਰ ਪਲੈਸੀਬੋ ਇਫੈਕਟ ਦੀ ਸ਼ੁਰੂਆਤ ਕਰ ਦਿੱਤੀ ਹੁੰਦੀ ਹੈ, ਠੀਕ ਹੈ। ਕਿਉਂ? ਉਹ ਕਹਿੰਦਾ ਇਹਨੂੰ ਮੇਰਾ ਰੋਗ ਸਮਝ ਆ ਗਿਆ, ਹੁਣ ਮੈਂ ਇਹਦੇ ਤੋਂ ਠੀਕ ਹੋ ਜਾਊਂਗਾ ਜਾਂ ਹੋ ਜਾਊਂਗੀ। ਪੋਜ਼ੀਟਿਵ ਥਾਟ ਆ ਗਿਆ, ਪੋਜ਼ੀਟਿਵ ਥਾਟ ਆ ਗਿਆ। ਤਾਂ 50% ਤਾਂ ਉਹ ਅੰਦਰ ਤਿਆਰ ਠੀਕ ਹੋ ਚੁੱਕਿਆ। 50% ਜਿਹੜਾ ਪ੍ਰੈਕਟੀਕਲੀ ਵਰਕ ਹੈਗਾ ਉਹ ਉਹਦੀਆਂ ਗੋਲੀਆਂ ਦੁਆਰਾ ਜਾਂ ਕੈਪਸੂਲ ਦੁਆਰਾ ਸ਼ੁਰੂ ਹੋ ਜਾਂਦਾ। ਸੋ ਇਹ ਅੱਛਾ, ਇਹਦੇ ਉੱਤੇ ਬਹੁਤ ਸਾਰੇ ਵਿਗਿਆਨਿਕ ਖੋਜਾਂ ਵੀ ਹੋ ਚੁੱਕੀਆਂ ਨੇ, ਬਹੁਤ ਸਾਰੀਆਂ ਯੂਨੀਵਰਸਿਟੀ ਔਰ ਇੰਸਟੀਟਿਊਸ਼ਨਲੀ R&D ਵੀ ਹੋ ਚੁੱਕੀਆਂ ਨੇ, ਠੀਕ ਹੈ। ਤਾਂ ਉਹਨਾਂ ਦਾ ਵੀ ਇਹਦੇ ਉੱਤੇ ਮੇਨ ਜਿਹੜੀ ਖੋਜ ਹੋਈ ਹੈ, ਜਿਵੇਂ ਲਾਸਟ ਵਾਸ਼ਿੰਗਟਨ ਦੇ ਵਿੱਚ ਸਟੋਰੀ ਮੈਂ ਕਨਫਰਮ ਕਰ ਰਿਹਾ ਸੀ, ਪੜ੍ਹ ਰਿਹਾ ਸੀ। ਤਾਂ ਵਾਸ਼ਿੰਗਟਨ ਦੇ ਵਿੱਚ ਇੱਕ ਕੈਦੀ ਸੀ ਜਿਹੜਾ, ਉਹਨੂੰ ਜਿਹੜੀ ਉਹਦੀ ਖੋਜ ਕਰਨ ਵਾਲੀ ਜਿਹੜੀ ਏਜੰਸੀ ਸੀ, ਉਹਨਾਂ ਨੇ ਪਹਿਲਾਂ ਦੇਖਿਆ ਕਿ ਇਸ ਚੀਜ਼ ਨੂੰ ਕਿਵੇਂ ਆਪਾਂ ਸਮਝ ਸਕੀਏ। ਤਾਂ ਉਹਦਾ ਪ੍ਰੈਕਟੀਕਲ ਕਰਨ ਵਾਸਤੇ ਉਹਨਾਂ ਨੇ ਇੱਕ ਉਸ ਕੈਦੀ ਨੂੰ ਚੂਜ਼ ਕੀਤਾ ਜਿਹਨੂੰ ਫਾਂਸੀ ਦਿੱਤੀ ਜਾਣ ਵਾਲੀ ਸੀ, ਸਜ਼ਾਏ ਮੌਤ ਦਿੱਤੀ ਜਾਣ ਵਾਲੀ ਸੀ। ਤਾਂ ਉਹਨਾਂ ਨੇ ਫਿਰ ਡਿਸੀਜਨ ਲਿਆ, ਉਹਦੀ ਕਾਉਂਸਲਿੰਗ ਕੀਤੀ ਉਹਦੀ ਕੈਦੀ ਦੀ, ਕਿ ਤੇਰੀ ਜਿਹੜੀ ਮੌਤ ਹੈ ਉਹ ਫਾਂਸੀ ਨਾਲ ਨਹੀਂ ਹੋਏਗੀ, ਤੇਰੀ ਮੌਤ ਅਸੀਂ ਕੋਬਰਾ ਦੇ ਨਾਲ
ਸੱਪ ਦੇ ਡੰਗ ਦੇ ਨਾਲ ਤੇਰੀ ਮੌਤ ਕੀਤੀ ਜਾਏਗੀ। ਉਹਦੀ ਪੂਰੀ ਤਰ੍ਹਾਂ ਕਾਉਂਸਲਿੰਗ ਕਰ ਦਿੱਤੀ, ਉਹਨੂੰ ਦੱਸਿਆ ਗਿਆ ਇਸ ਤਰ੍ਹਾਂ ਆਏਗਾ, ਇਸ ਤਰ੍ਹਾਂ ਤੇਰੇ ਇਸ ਜਗ੍ਹਾ ਤੇ ਉਹ ਡੰਗ ਮਾਰੇਗਾ, ਪੂਰੀ ਕਾਉਂਸਲਿੰਗ ਕਰ ਦਿੱਤੀ। ਉਸ ਤੋਂ ਬਾਅਦ ਉਹਦੀਆਂ ਅੱਖਾਂ ਤੇ ਪੱਟੀ ਬੰਨ੍ਹ ਕੇ ਉਹਨੂੰ ਬਿਠਾ ਦਿੱਤਾ ਗਿਆ। ਤਾਂ ਉਸੇ ਸਾਈਜ਼ ਔਰ ਉਸੇ ਹੀ ਇੱਕ ਤਿੱਖੇਪਨ ਦੇ ਵਿੱਚ ਨੋਕਦਾਰ ਚੀਜ਼ ਪਿੰਨ ਉਹਨੂੰ ਚਬੋਈ ਗਈ ਉਸੇ ਜਗ੍ਹਾ 'ਤੇ ਜਿੱਥੇ ਉਹਨੂੰ ਦੱਸਿਆ ਗਿਆ ਸੀ, ਔਰ ਉਹਨੂੰ ਸਾਰਾ ਕੁਝ ਇੱਕ ਪਿਕਚਰ ਕ੍ਰੀਏਟ ਕੀਤੀ ਗਈ ਬਾਹਰ ਆਊਟਸਾਈਡ ਉਹਦੇ, ਠੀਕ ਹੈ। ਤਾਂ ਉਸ ਕੁਛ ਹੀ ਪਲਾਂ ਦੇ ਵਿੱਚ ਉਸ ਇਨਸਾਨ ਦੀ ਮੌਤ ਹੋ ਗਈ, ਕਿਉਂਕਿ ਬਿਨਾਂ ਕੋਬਰਾ ਦੇ, ਬਿਨਾਂ ਕੁਛੇਗਲ ਦੇ, ਬਿਨਾਂ ਸੱਪ ਦੇ ਡੰਗੇ, ਬਿਨਾਂ ਕੋਬਰਾ ਦੇ ਉਹਦੀ ਮੌਤ ਹੋ ਗਈ। ਜਦੋਂ ਉਹਦੀ ਪੋਸਟਮਾਰਟਮ ਕੀਤਾ ਗਿਆ, ਪਤਾ ਲੱਗਾ ਕਿ ਉਹਦੇ ਪੂਰੇ ਸਰੀਰ ਦੇ ਅੰਦਰ ਜ਼ਹਿਰ ਬਣ ਚੁੱਕਿਆ ਸੀ। ਉਹੀ ਕੋਬਰਾ ਵਾਲਾ ਹੀ, ਕੋਬਰਾ ਵਾਲਾ। ਕਾਰਨ ਕੀ ਸੀ ਕਿ ਬ੍ਰੇਨ ਨੇ ਇਹ ਮੰਨ ਲਿਆ ਸੀ ਕਿ ਮੈਨੂੰ ਹੁਣ ਸੱਪ ਨੇ ਡੰਗ ਮਾਰ ਦਿੱਤਾ, ਤੇ ਹੁਣ ਸੱਪ ਨੇ ਡੰਗ ਮਾਰ ਦਿੱਤਾ। ਉਸ ਤੋਂ ਬਾਅਦ ਜੋ ਬਾਡੀ ਨੇ ਰਿਐਕਟ ਕਰਨਾ ਹੁੰਦਾ ਉਹ ਰਿਐਕਸ਼ਨ ਸ਼ੁਰੂ ਹੋ ਗਏ। ਤਾਂ ਬ੍ਰੇਨ ਨੇ ਉਸ ਤਰ੍ਹਾਂ ਦੇ ਜ਼ਹਿਰ ਬਣਾਉਣੇ ਸ਼ੁਰੂ ਕਰ ਦਿੱਤੇ ਜਿਹੜੇ ਬਲੱਡ 'ਚ ਮਿਕਸ ਹੋ ਗਏ, ਉਸ ਤੋਂ ਬਾਅਦ ਮੌਤ ਹੋ ਗਈ। ਤਾਂ ਇਹੀ ਇੱਕ ਪਲੇਸੀਬੋ ਇਫੈਕਟ ਦਾ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੱਤੀ ਆਪਾਂ ਵੀ ਇਹ ਵਰਕ ਕਿਵੇਂ ਕਰਦਾ। ਅੱਛਾ, ਇਹਦੇ ਉੱਤੇ ਬਹੁਤ ਸਾਰੇ ਅਧਿਐਨ ਇਸ ਤਰ੍ਹਾਂ ਦੇ ਵੀ ਹੋਏ ਆ ਕਿ ਇੱਕ ਗਰੁੱਪ ਬਣਾਇਆ ਗਿਆ ਜਿਹਨੂੰ ਓਰੀਜਨਲ ਔਰ ਸਹੀ ਮੈਡੀਸਿਨ ਦਿੱਤੀ ਗਈ। ਦੂਸਰਾ ਗਰੁੱਪ ਬਣਾਇਆ ਗਿਆ ਜਿਹਨੂੰ ਇੱਕ ਉਹ ਦਵਾਈ ਹੈ ਹੀ ਨਹੀਂ ਸੀ, ਖਾਲੀ ਕੈਪਸੂਲ ਸੀ, ਪਾਣੀ ਪੂਣੀ ਦੇ ਦੋ, ਖਾਲੀ ਕੈਪਸੂਲ ਸੀ। ਇੱਕ ਨੂੰ ਮੈਡੀਸਿਨ ਵਾਲਾ ਕੈਪਸੂਲ ਦਿੱਤਾ ਗਿਆ, ਇੱਕ ਨੂੰ ਖਾਲੀ ਕੈਪਸੂਲ ਦੇ ਫੇਕ ਮੈਡੀਸਿਨ ਜਿਹਨੂੰ ਕਹਿ ਸਕਦੇ ਉਹ ਦਿੱਤੀ ਗਈ। ਤਾਂ ਦੋਨੋਂ ਗਰੁੱਪ ਦੇ ਵਿੱਚ ਜਿਹੜਾ ਰਿਜ਼ਲਟ ਦੀ ਦਰ ਸੀ ਉਹ ਸੇਮ ਸੀ, ਠੀਕ ਹੈ। ਔਰ ਪਲੇਸੀਬੋ ਸਿਸਟਮ ਦੀ ਉੱਤੇ ਜਿੰਨੀ ਕੀ ਵੀ ਰਿਸਰਚ ਹੋ ਚੁੱਕੀ ਹੈ ਉਹਦੇ ਮੁਤਾਬਕ ਹੁਣ ਤੱਕ ਇਹ ਪਤਾ ਲੱਗਾ ਕਿ 18 ਤੋਂ ਲੈ ਕੇ 80% ਇਹ ਇਫੈਕਟ ਇਲਾਜ ਦੇ ਰੂਪ 'ਚ ਕੰਮ ਆ ਜਾਂਦਾ ਹੈ, ਠੀਕ ਹੈ। ਜਿਹਨੂੰ ਲੈ ਕੇ ਜਿਹਦੇ ਵਿੱਚ ਬਹੁਤ ਸਾਰੇ ਆਪਰੇਸ਼ਨ ਵੀ ਕੀਤੇ ਗਏ ਨੇ, ਇਹਦੇ ਉੱਤੇ ਫੇਕ ਆਪਰੇਸ਼ਨ ਕੀਤੇ ਗਏ। ਤਾਂ ਮੀਨਸ ਕਿ ਉਹਨੂੰ ਸਾਰਾ ਦੱਸਿਆ ਗਿਆ ਪੇਸ਼ੈਂਟ ਨੂੰ, ਅਗਰ ਬ੍ਰੇਨ 'ਚ ਟਿਊਮਰ ਸੀ ਤਾਂ ਦੱਸਿਆ ਗਿਆ ਕਿ ਆਪਰੇਸ਼ਨ ਹੋਣਾ ਵਾ ਤੇਰਾ, ਠੀਕ ਆ। ਪੂਰਾ ਇੱਕ ਸਟੋਰੀ ਸੁਣਾਈ ਗਈ ਹੈ, ਫਿਰ ਉਸ ਚੀਜ਼ ਨੂੰ ਪਿਕਚਰਾਈਜ਼ ਕੀਤਾ ਗਿਆ, ਫਿਲਮਾਇਆ ਗਿਆ ਉਹਦੇ ਸਾਹਮਣੇ, ਠੀਕ ਆ। ਔਰ ਉਹਨੂੰ ਇਹ ਦੱਸਿਆ ਗਿਆ ਕਿ ਤੇਰਾ ਆਪਰੇਸ਼ਨ ਹੁਣ ਹੋ ਗਿਆ। ਤਾਂ ਉਹਦੇ ਅੰਦਰ ਬਦਲਾਅ ਆਏ, ਉਹ ਠੀਕ ਵੀ ਹੋਇਆ, ਠੀਕ ਹੈ। ਇਹ ਇਹਨਾਂ ਦੀਆਂ ਰਿਸਰਚ ਬੋਲ ਰਹੀ ਹੈ, ਜੋ ਵਿਗਿਆਨਿਕ ਖੋਜ ਹੋਈਆਂ, ਜੋ ਮੈਡੀਕਲੀ ਵੀ ਇਹਦੇ 'ਤੇ ਬਹੁਤ ਸਾਰੀ ਰਿਸਰਚ ਹੋਈ, ਉਹ ਚੀਜ਼ਾਂ ਬੋਲਦੀਆਂ ਪਈਆਂ ਨੇ। ਅਮਰੀਕਾ ਦੇ ਵਿੱਚ ਜਦੋਂ ਇਹ ਚੀਜ਼ਾਂ ਫਸਟ ਟਾਈਮ ਪਲੇਸੀਬੋ ਇਫੈਕਟ ਦਾ ਪਤਾ ਲੱਗਾ, ਮੈਂ ਉਸ ਚੀਜ਼ ਦੀ ਗੱਲ ਦੱਸ ਰਿਹਾ। ਅਮਰੀਕਾ ਦੇ ਵਿੱਚ ਵਾਰ ਦੇ ਟਾਈਮ 'ਤੇ ਜਦੋਂ ਬਹੁਤ ਸਾਰੇ ਸੈਨਿਕ ਜ਼ਖਮੀ ਹੋ ਗਏ, ਠੀਕ ਹੈ, ਤਾਂ ਉਹਨਾਂ ਨੇ ਜਦੋਂ ਜ਼ਿਆਦਾ ਤਾਦਾਦ ਦੇ ਵਿੱਚ ਕੈਜੁਅਲਟੀ ਹੋ ਰਹੀ ਸੀ, ਤਾਂ ਜ਼ਿਆਦਾ ਜ਼ਖਮੀ ਸਿਪਾਹੀ ਆ ਰਹੇ ਸੀ, ਤਾਂ ਉਹਨਾਂ ਦਾ ਟ੍ਰੀਟਮੈਂਟ ਕਰਨ ਵਾਸਤੇ ਉੱਥੇ ਇੱਕ ਨਰਸ ਸੀ। ਨਰਸ ਨੇ, ਕਿਉਂਕਿ ਇੰਨੇ ਜ਼ਿਆਦਾ ਐਨਸਥੀਸੀਆ ਵੀ ਨਹੀਂ ਉਹਨਾਂ ਕੋਲ ਸੀ ਕਿ ਹਰ ਨੂੰ ਲਗਾਈ ਜਾਣ, ਤਾਂ ਨਰਸ ਨੇ ਕੀ ਕੀਤਾ, ਪਾਣੀ ਦਾ ਇੰਜੈਕਸ਼ਨ ਤਿਆਰ ਕੀਤਾ ਔਰ ਉਹਨੂੰ ਬੋਲਿਆ ਕਿ ਇਹ ਤੁਹਾਡੇ ਕਮਰ 'ਚ ਲੱਗੇਗਾ ਔਰ ਇਹਦੇ ਨਾਲ ਤੁਹਾਨੂੰ ਆਪਰੇਸ਼ਨ ਦੇ ਟਾਈਮ 'ਤੇ ਦਰਦ ਮਹਿਸੂਸ ਨਹੀਂ ਹੋਏਗਾ, ਜਿਵੇਂ ਕਿ ਦੂਸਰਿਆਂ ਨੂੰ ਨਹੀਂ ਹੋਇਆ। ਤਾਂ ਉਹਨਾਂ ਨੇ ਉਸ ਪਾਣੀ ਦੇ ਇੰਜੈਕਸ਼ਨ ਲਗਾ ਕੇ ਉੱਥੇ ਵੀ ਪਲੇਸੀਬੋ ਇਫੈਕਟ ਨੇ ਕੰਮ ਕੀਤਾ, ਠੀਕ ਹੈ। ਅਤੇ ਇਹਦੀਆਂ ਹੁਣ ਤੱਕ ਦੀਆਂ ਕੀਤੀਆਂ ਗਈਆਂ ਜਿਹੜੀਆਂ ਰਿਸਰਚ ਨੇ, ਖੋਜ ਨੇ, ਮੈਂ ਉਹਨਾਂ ਉੱਤੇ ਡਿਸਕਸ਼ਨ ਕੀਤੀ ਆ। ਔਰ ਟ੍ਰੀਟਮੈਂਟ ਦੀ ਦੁਨੀਆ ਦੇ ਵਿੱਚ ਵੀ ਜੋ ਕਿਸੇ ਬਿਮਾਰੀ ਨੂੰ ਠੀਕ ਕਰਨ ਦੇ ਲਈ ਕੋਈ ਵੀ ਪੈਥੀ, ਉਹਦੇ ਵਿੱਚ ਮੈਡੀਕਲ ਸਾਇੰਸ ਦੇ ਵਿੱਚ ਵੀ ਇਹਦੇ ਉੱਤੇ ਔਰ ਇਹ ਚੀਜ਼ਾਂ ਆਪਾਂ ਵੈਸੇ ਵੀ ਮਹਿਸੂਸ ਕੀਤੀਆਂ ਨੇ ਕਿ ਆਪਾਂ ਨੂੰ ਕੋਈ ਬੰਦਾ ਪਹਿਲਾਂ ਤਾਂ ਸਟੋਰੀ ਸੁਣਾਉਂਦਾ ਜੀ, ਉਹ ਫਲਾਨੀ ਜਗ੍ਹਾ ਇੱਕ ਹਕੀਮ ਬੈਠਾ ਜਾਂ ਫਲਾਨੀ ਜਗ੍ਹਾ ਡਾਕਟਰ ਬੈਠਾ ਹੈ, ਉਹਦੀ ਦਵਾਈ ਖਾਂਦੇ ਸਾਰ ਹੀ 15 ਦਿਨਾਂ 'ਚ ਬੰਦਾ ਠੀਕ ਹੋ ਜਾਂਦਾ, ਠੀਕ ਹੈ। ਅਤੇ ਉਹ ਬੰਦਾ ਪਹਿਲਾਂ ਹੀ ਪ੍ਰਪੇਅਰ ਹੋ ਕੇ ਆ ਰਿਹਾ, ਹੈਗੀਆਂ ਨੇ, ਤਾਂ ਉਹਦਾ ਪਲੇਸੀਬੋ ਇਫੈਕਟ ਕੰਮ ਕਰ ਰਿਹਾ, ਠੀਕ ਹੈ। ਤਾਂ ਉਹ ਜਿਵੇਂ ਜਿਵੇਂ ਉੱਥੇ ਪਹੁੰਚਦਾ ਔਰ ਗੋਲੀ ਲੈਂਦਾ ਔਰ ਖਾਂਦਾ, ਉਹ ਕਹਿੰਦਾ ਮੈਂ ਠੀਕ ਹੋ ਗਿਆ। ਉਹ ਕੀ ਆ, ਉਹਦਾ ਪਲੇਸੀਬੋ। ਅੱਛਾ, ਇਹਦੇ 'ਚ ਆਪੋਜ਼ਿਟ ਵੀ ਹੈ, ਨੋਸੀਬੋ, ਜਿਹਦੀ ਤੁਸੀਂ ਗੱਲ ਕੀਤੀ ਜੀ। ਨੋਸੀਬੋ ਇਫੈਕਟ ਕੀ ਹੈ ਕਿ ਇਹ ਬੰਦਾ ਮੰਨ ਹੀ ਨਹੀਂ ਰਿਹਾ। ਮੰਨ ਕੀ ਨਹੀਂ ਰਿਹਾ, ਉਹਨੇ ਜਿਵੇਂ ਉੱਥੇ ਆਇਆ ਡਾਕਟਰ ਦੇ ਕੋਲ, ਅਗਰ ਉਹਦੀ ਤਸੱਲੀ ਨਹੀਂ ਹੋਈ ਤਾਂ ਉਹਦੇ ਮਨ ਨੇ ਕਿਹਾ ਵੀ ਇਹਨੂੰ ਤਾਂ ਮੇਰਾ ਰੋਗ ਹੀ ਨਹੀਂ ਲੱਭਿਆ, ਠੀਕ, ਇਹਨੂੰ ਮੇਰਾ ਰੋਗ ਨਹੀਂ ਲੱਭਿਆ, ਇਹਨੇ ਮੇਰੀ ਧਿਆਨ ਨਾਲ ਗੱਲ ਨਹੀਂ ਸੁਣੀ, ਇਹਨੂੰ ਰੋਗ ਨਹੀਂ ਪਤਾ ਲੱਗਾ, ਇਹਦਾ ਮਤਲਬ ਇਹਨੇ ਮੈਨੂੰ ਠੀਕ ਨਹੀਂ ਕਰ ਸਕਦਾ। ਤਾਂ ਉੱਥੇ ਨੋਸੀਬੋ ਇਫੈਕਟ ਆ ਗਿਆ, ਠੀਕ ਹੈ, ਨੋਸੀਬੋ ਇਫੈਕਟ ਆ ਗਿਆ। ਤਾਂ ਉਹ ਚੀਜ਼ ਪਲੇਸੀਬੋ ਦੇ ਵਿੱਚ ਆ ਗਿਆ ਕਿ ਚੀਜ਼ ਪੋਜ਼ਿਟਿਵ ਥਾਟ, ਪੋਜ਼ਿਟਿਵ ਸੋਚ ਅਤੇ ਇੱਕ ਵਿਸ਼ਵਾਸ। ਜਿਵੇਂ ਕਿ ਤੁਸੀਂ ਝਾੜੇ ਦੀ ਗੱਲ ਕੀਤੀ ਸਟਾਰਟਿੰਗ ਦੇ ਵਿੱਚ, ਠੀਕ ਆ, ਉਹਦੇ ਵਿੱਚ ਵੀ ਫੇਥ ਕੰਮ ਕਰਦਾ। ਆਪਾਂ ਅਕਸਰ ਧੰਨੇ ਜੱਟ ਦੀ ਗੱਲ ਕਰਦੇ ਹਾਂ, ਠੀਕ ਹੈ, ਕਿ ਉਹਨੇ ਪੱਥਰ 'ਚੋਂ ਠਾਕੁਰ ਪਾ ਲਿਆ ਸੀ, ਠਾਕੁਰ ਬੋਲਦਾ ਸੀ, ਹੈ ਨਾ, ਉਹਨੇ ਪੱਥਰ 'ਚੋਂ ਰੱਬ ਪਾ ਲਿਆ ਸੀ, ਸਾਨੂੰ ਸਾਹਮਣੇ ਖੜਾ ਵੀ ਨਜ਼ਰ ਨਹੀਂ ਆ ਰਿਹਾ, ਠੀਕ ਹੈ। ਫਰਕ ਦੋਨਾਂ 'ਚ ਫਰਕ ਕੀ ਸੀ? ਫੇਥ, ਵਿਸ਼ਵਾਸ। ਉਹਦਾ ਪਲੇਸੀਬੋ ਇਫੈਕਟ ਇੰਨਾ ਸਟਰੋਂਗ ਸੀ ਕਿ ਉਹਨੇ ਕਿਹਾ ਕਿ ਇਸ ਪੱਥਰ 'ਚ ਮੇਰਾ ਰੱਬ ਹੈ, ਠੀਕ ਹੈ, ਉਹਨੂੰ ਪੂਜਣ ਲੱਗ ਪਿਆ ਅਤੇ ਉਹਨੂੰ ਉਹਦੇ 'ਚੋਂ ਦਰਸ਼ਨ ਹੋ ਗਏ। ਸਾਡੇ ਸਾਹਮਣੇ ਖੜਾ ਹੁੰਦਾ ਹੈ, ਸਾਨੂੰ ਉਹਦੇ ਤੋਂ ਨਹੀਂ ਰੱਬ ਦਿਖਦਾ ਹੈਗਾ। ਤਾਂ ਇਹ ਦੋਨਾਂ 'ਚ ਫਰਕ ਕੀ ਹੈਗਾ? ਪਲੇਸੀਬੋ ਇਫੈਕਟ ਦਾ। ਸੋ ਚਾਹੇ ਅਧਿਆਤਮਿਕ ਦੁਨੀਆ,
ਚਾਹੇ ਉਹ ਆਪਣੇ ਹੈਲਥ ਨਾਲ ਰਿਲੇਟਡ ਕੋਈ ਸਮੱਸਿਆਵਾਂ ਨੇ, ਇਹਨਾਂ ਦੋਨਾਂ ਦੇ ਵਿੱਚ ਪਲੇਸੀਬੋ ਇਫੈਕਟ ਇੱਕ ਪੋਜ਼ਿਟਿਵ ਰੋਲ ਨਿਭਾਉਂਦਾ ਹੈਗਾ। ਆਪਾਂ ਕਿਸੇ ਨੂੰ ਇਹ ਵੀ ਕਹਿੰਦੇ ਔਰ ਲੋਕਾਂ ਨੂੰ ਇੰਪਲੀਮੈਂਟ ਕਰਦੇ ਦੇਖਿਆ ਵੀ ਹੁੰਦਾ, ਆਪਾਂ ਆਪਣੇ ਪਰਿਵਾਰਾਂ 'ਚ ਵੀ ਹੁੰਦਾ ਕਿ ਜੀ ਇੰਨੇ ਐਤਵਾਰ ਮੈਂ ਇਸ਼ਨਾਨ ਕਰਦਾ ਤਾਂ ਮੇਰਾ ਆਹ ਰੋਗ ਉੱਥੇ ਠੀਕ ਹੁੰਦਾ, ਠੀਕ ਹੈ। ਉੱਥੇ ਵੀ ਪਲੇਸੀਬੋ ਇਫੈਕਟ ਹੀ ਕੰਮ ਕਰਦਾ, ਫੇਥ, ਵਿਸ਼ਵਾਸ। ਅੱਛਾ, ਉਸ ਤਰ੍ਹਾਂ ਦੇ ਲੋਕ ਵੀ ਆ ਜਿਹੜੇ ਕਹਿੰਦੇ ਨਹੀਂ ਨਹੀਂ ਕੋਈ ਇਸ਼ਨਾਨ ਕਰਨਾ ਕਿਸੇ ਦਾ ਕੋਈ ਫਾਇਦਾ ਨਹੀਂ ਹੁੰਦਾ, ਤੇ ਉਹਨਾਂ ਨੂੰ ਹੁੰਦਾ ਵੀ ਨਹੀਂ, ਠੀਕ ਹੈ। ਤੇ ਜਿਹੜੇ ਕਹਿੰਦੇ ਨਹੀਂ ਜੀ ਉੱਥੇ ਇਸ ਗੁਰੂ ਦਾ ਵਰਦਾਨ ਹੈ ਨਾ, ਇਸ ਮਹਾਂਪੁਰਸ਼ਾਂ ਦੇ ਵਚਨ ਨੇ ਉੱਥੇ, ਤਾਂ ਉਹ ਉੱਥੇ ਜਾਂਦਾ ਤੇ ਉਹਨੂੰ ਇਫੈਕਟ ਵੀ ਆ ਜਾਂਦਾ। ਸੋ ਇਹ ਦੋਨੇ ਚੀਜ਼ਾਂ ਨੇ। ਅੱਛਾ, ਇਹ ਲਾਸਟ ਵਿੱਚ ਮੈਂ ਇਹ ਵੀ ਚੀਜ਼ ਕਹਿਣਾ ਚਾਹੂੰਗਾ, ਇਹਦਾ ਅਸੀਂ ਵੀ ਬਹੁਤ ਵਾਰੀ ਪ੍ਰੈਕਟੀਕਲ ਦੇਖਿਆ। ਪੇਸ਼ੈਂਟ ਆਉਂਦਾ, ਉਹਦੇ ਡਾਕਟਰ ਸਾਹਿਬ ਮੈਂ ਤੁਹਾਡੀਆਂ ਵੀਡੀਓ ਦੇਖਿਆ, ਅੱਧੀ ਤਾਂ ਮੈਂ ਘਰੇ ਠੀਕ ਹੋ ਗਈ, ਠੀਕ ਹੈ। ਹੁਣ ਮੈਨੂੰ ਵਿਸ਼ਵਾਸ ਹੋ ਗਿਆ ਕਿ ਮੈਂ ਇੱਥੇ ਤੱਕ ਤਾਂ ਬਿਲਕੁਲ ਠੀਕ ਹੋ ਜਾਵਾਂਗਾ, ਮੈਂ ਅੱਧੀ ਮੈਂ ਘਰੇ ਠੀਕ ਹੋ ਗਈ। ਉਸ ਤੋਂ ਬਾਅਦ ਮੈਂ ਬੱਚਿਆਂ ਨੂੰ ਕਿਹਾ ਕਿ ਮੈਂ ਤਾਂ ਡਾਕਟਰ ਭੁੱਲਰ ਕੋਲ ਜਾਣਾ ਹੀ ਜਾਣਾ, ਠੀਕ ਹੈ। ਤਾਂ ਉਹ ਕਹਿੰਦੇ ਵੀ ਹੁਣ ਬਾਕੀ ਦਾ ਰਹਿ ਗਿਆ ਇਲਾਜ, ਉਹ ਤੁਸੀਂ ਹੁਣ ਕਰ ਦੇਣਾ। ਉਹ ਕੀ ਉਹਨੇ ਘਰੇ ਜਿਹੜਾ ਉਹਨੇ ਸ਼ਬਦ ਕਿਹਾ ਕਿ ਅੱਧੀ ਤਾਂ ਮੈਂ ਘਰੇ ਠੀਕ ਹੋ ਗਈ, ਉਹਨੇ ਪਲੇਸੀਬੋ ਇਫੈਕਟ ਆਪਣਾ ਸ਼ੁਰੂ ਕਰ ਲਿਆ, ਠੀਕ ਹੈ। ਤਾਂ ਉਹ ਸ਼ੁਰੂ ਕਰਦੇ ਨੇ। ਅੱਛਾ, ਇਸ ਤਰ੍ਹਾਂ ਦੇ ਪੇਸ਼ੈਂਟ ਦੇ ਰਿਜ਼ਲਟ ਵੀ ਬੜਾ ਫਾਸਟ ਆ ਰਿਹਾ। ਅੱਛਾ, ਦੂਸਰੀ ਸਾਈਡ 'ਤੇ ਸਾਡੇ ਕੋਲ ਇਸ ਤਰ੍ਹਾਂ ਦੇ ਵੀ ਪੇਸ਼ੈਂਟ ਆਉਂਦੇ ਨੇ, ਉਹ ਕਹਿੰਦੇ ਡਾਕਟਰ ਸਾਹਿਬ ਮੈਂ ਤੁਹਾਡੇ ਹਸਪੀਟਲ ਆਇਆ ਜਾਂ ਆਈ ਹਾਂ, ਮੈਨੂੰ ਆਹ ਚੀਜ਼ ਅੱਛੀ ਨਹੀਂ ਲੱਗੀ, ਠੀਕ ਹੈ। ਮੈਨੂੰ ਜ਼ਿਆਦਾ ਕਰਾਊਡ ਹੋਣ ਕਰਕੇ ਮੇਰਾ ਨੰਬਰ ਲੇਟ ਆਇਆ, ਠੀਕ ਹੈ। ਮੈਨੂੰ ਤੁਹਾਡਾ ਸਿਸਟਮ ਨਹੀਂ ਅੱਛਾ ਲੱਗਿਆ। ਹਰ ਤਰ੍ਹਾਂ ਦਾ ਇਨਸਾਨ ਆਏਗਾ ਨਾ ਆਪਣੇ ਕੋਲ, ਤਾਂ ਜਾਂ ਉਹ ਕਹਿੰਦੇ ਜੀ ਮੇਰੀ ਬਾਹਰ ਗੱਲ ਨਹੀਂ ਸੁਣੀ ਗਈ, ਤਾਂ ਉੱਥੇ ਉਹ ਨਸੀਬੋ ਇਫੈਕਟ ਐਕਟਿਵ ਹੋ ਰਿਹਾ। ਹੁਣ ਉੱਥੇ ਜਿਹੜਾ ਬੰਦਾ ਪਹਿਲਾਂ ਹੀ ਨਿਰਾਸ਼ ਹੋ ਗਿਆ, ਨੈਗੇਟਿਵ ਥਾਟ 'ਚ ਚਲਾ ਗਿਆ, ਤਾਂ ਉਹਦੇ 'ਤੇ ਮੈਡੀਸਨਲੀ ਜਿਹੜਾ ਅਸਰ ਹੈ ਉਹ ਵੀ ਬਹੁਤ ਘਟ ਜਾਂਦਾ। ਸੋ ਇਸ ਕਰਕੇ ਦਵਾਈ ਕੋਈ ਵੀ ਹੈ, ਕਿਤੋਂ ਵੀ ਲੈ ਰਿਹਾ ਚਾਹੇ, ਠੀਕ ਹੈ, ਪਰ ਜੇ ਤੁਹਾਡਾ ਉੱਤੇ ਵਿਸ਼ਵਾਸ ਹੈ, ਬ੍ਰੇਨ ਉਸ ਤਰ੍ਹਾਂ ਦੇ ਹੀ ਕੈਮੀਕਲ ਰਿਲੀਜ਼ ਕਰਦਾ। ਜੇ ਤੁਹਾਡਾ ਵਿਸ਼ਵਾਸ ਨਹੀਂ ਹੈ ਤਾਂ ਬ੍ਰੇਨ ਉਸ ਤਰ੍ਹਾਂ ਦੀ ਹੀ ਕੈਮੀਕਲ ਰਿਲੀਜ਼ ਕਰਦਾ। ਆਈਓ ਕਿਹਾ ਜਾਂਦਾ ਨਾ ਕਿ ਜੇ ਕਿਸੇ ਨੇ ਠੀਕ ਹੋਣਾ ਤਾਂ ਸਵਾਹ ਦੀ ਚੁੰਡੀ ਨਾਲ ਵੀ ਠੀਕ ਹੋ ਜਾਏਗਾ। ਯੈਸ, ਜੇ ਕਿਸੇ ਨੇ ਠੀਕ ਹੋਣਾ ਸਵਾਹ ਦੀ ਚੁੰਡੀ ਨਾਲ, ਉੱਥੇ ਸਵਾਹ ਕੰਮ ਨਹੀਂ ਕਰ ਰਹੀ, ਉੱਥੇ ਪਲੇਸੀਬੋ ਇਫੈਕਟ ਕੰਮ ਕਰ ਰਿਹਾ ਹੈਗਾ, ਠੀਕ ਹੈ। ਇਹ ਇੱਕ ਇਹ ਤਾਕਤ ਹੈ ਜੋ ਸਾਨੂੰ ਕੁਦਰਤ ਨੇ ਦਿੱਤੀ ਹੋਈ ਹੈ। ਇਹ ਸਾਡੀ ਇੱਕ ਪਾਵਰ ਹੈ ਸਾਡੇ ਦਿਮਾਗ ਦੀ, ਔਰ ਇੰਨੀ ਪਾਵਰਫੁਲ ਹੈ ਕਿਉਂਕਿ ਦਿਮਾਗ ਨੂੰ ਹੁਣ ਤੱਕ ਵੀ ਅੱਜ ਦੀ ਸਾਇੰਸ 2% ਦੇ ਉੱਤੇ ਸਮਝ ਨਹੀਂ ਪਾਈ, ਠੀਕ ਹੈ। ਬਾਕੀ 98% ਪੈਂਡਿੰਗ ਹੈ ਕਿ ਇਹਦੇ ਅੰਦਰ ਕੀ ਕੁਝ ਛੁਪਿਆ ਹੋਇਆ, ਕੀ ਕੁਝ ਤਿਆਰ ਹੋ ਸਕਦਾ ਹੈ। ਤਾਂ ਉਹਦੇ ਵਿੱਚੋਂ ਹੁਣ ਤੱਕ ਪਲੇਸੀਬੋ ਇਫੈਕਟ ਤੱਕ ਪਹੁੰਚੇ ਕਿ ਇਨਸਾਨ ਇਕੱਲਾ ਵਿਸ਼ਵਾਸ ਨਾਲ ਵੀ ਠੀਕ ਹੋ ਸਕਦਾ ਹੈ, ਠੀਕ ਹੈ। ਡਾਕਟਰ ਜੋਏ ਹੋਏ ਆ ਅਮਰੀਕਾ ਤੋਂ, ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ, ਠੀਕ ਹੈ। ਉਹਨਾਂ ਨੇ ਬੁੱਕ ਵੀ ਲਿਖੀ ਹੈ, ਯੂ ਹੈਵ ਏ ਪਲੇਸੀਬੋ, ਯੂ ਹੈਵ ਏ ਪਲੇਸੀਬੋ। ਉਹਨਾਂ ਨੇ ਬੁੱਕ ਵੀ ਲਿਖੀ ਹੈ, ਮਾਈਂਡ ਕਿਉਰ ਹਿਮਸੈਲਫ, ਠੀਕ ਹੈ। ਤਾਂ ਉਹਨਾਂ ਨੇ ਉਹਦੇ ਉੱਤੇ ਬਕਾਇਦਾ ਆਪਦਾ ਐਕਸਪੀਰੀਅੰਸ ਸ਼ੇਅਰ ਕੀਤਾ। ਐਕਸਪੀਰੀਅੰਸ ਕੀ ਲਿਖਿਆ ਉਹਨਾਂ ਨੇ ਕਿ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ, ਐਕਸੀਡੈਂਟ ਦੇ ਦੌਰਾਨ ਉਹਨਾਂ ਨੂੰ ਸਰਜਰੀ ਲਈ ਕਿਹਾ ਗਿਆ, ਤਾਂ ਉਹਨਾਂ ਨੇ ਸਰਜਰੀ ਨਹੀਂ ਕਰਵਾਈ। ਤਾਂ ਸਿਰਫ ਉਹ ਇਸ ਚੀਜ਼ ਨੂੰ ਰੈਗੂਲਰ ਮੈਡੀਟੇਸ਼ਨ ਦੇ ਤੌਰ 'ਤੇ ਮੰਨਣਾ ਸ਼ੁਰੂ ਕਰ ਦਿੱਤਾ ਕਿ ਮੈਂ ਹੁਣ ਠੀਕ ਹੋ ਰਿਹਾ ਹਾਂ, ਠੀਕ ਹੈ। ਮੈਂ ਪਹਿਲਾਂ ਨਾਲੋਂ ਜ਼ਿਆਦਾ ਠੀਕ ਹੋ ਰਿਹਾ ਹਾਂ। ਮੇਰੀ ਸਰੀਰ ਦੀ ਜਿਹੜੀ ਹਾਲਤ ਹੈ, ਮੇਰੀ ਸਰੀਰ ਦੀ ਜਿਹੜੀ ਤਾਕਤ ਹੈ, ਉਹ ਕੱਲ੍ਹ ਨਾਲੋਂ ਅੱਜ ਜ਼ਿਆਦਾ ਵਧੀਆ ਹੈ। ਇਹ ਚੀਜ਼ਾਂ ਉਹ ਕਹਿੰਦਾ ਮੈਂ ਬੋਲਦਾ ਸੀ, ਰੋਜ਼ ਰਿਪੀਟ ਕਰਦਾ ਸੀ, ਅਫਰਮੇਟਿਵ ਦੇ ਤੌਰ 'ਤੇ ਉਹ ਬੋਲਦਾ ਸੀ, ਲਾਈਨਾਂ ਬੋਲਦਾ ਸੀ, ਔਰ ਆਪਣੀ ਕਾਉਂਸਲਿੰਗ ਕਰਦਾ ਸੀ, ਖੁਦ ਕਾਉਂਸਲਿੰਗ ਕਰਦਾ ਸੀ ਕਿ ਮੇਰਾ ਹੁਣ ਜਿਹੜਾ ਦਰਦ ਆ ਉਹ ਪਹਿਲਾਂ ਨਾਲੋਂ ਘਟਣਾ ਸ਼ੁਰੂ ਹੋ ਗਿਆ ਹੈ। ਮੇਰਾ ਜਿਹੜਾ ਸਰਜਰੀ ਵਾਲਾ ਏਰੀਆ ਜਿੱਥੇ ਦਰਦ ਸੀ, ਉਹ ਮੇਰਾ ਸਰੀਰ ਆਪਣੇ ਆਪ ਠੀਕ ਕਰ ਰਿਹਾ ਹੈ। ਤਾਂ ਉਹ ਇਸ ਤਰ੍ਹਾਂ ਉਹਨੇ ਆਪਣਾ ਇਲਾਜ ਕੀਤਾ। ਉਸ ਤੋਂ ਬਾਅਦ ਉਹਨੇ ਪੂਰਾ ਜੀਵਨ ਇਸ ਕੰਮ ਤੇ ਲਾ ਦਿੱਤਾ ਜੀ, ਠੀਕ ਹੈ। ਡਾਕਟਰ ਜੋਏ ਹੋਏ ਨੇ, ਗੂਗਲ ਕਰ ਸਕਦੇ, ਪੜ੍ਹ ਵੀ ਸਕਦੇ ਆਪਾਂ ਉਹਨਾਂ ਦੀ ਬੁੱਕ ਬਾਰੇ। ਤਾਂ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਜਿਹੜੇ ਕਿ परिणाम ਮਿਲਦੇ ਨੇ, ਔਰ ਅਸੀਂ ਤਾਂ ਪਿਛਲੇ 6-7 ਸਾਲ ਦੇ ਐਕਸਪੀਰੀਅੰਸ ਇਸ ਤਰ੍ਹਾਂ ਦੇ ਬਹੁਤ ਦੇਖੇ ਨੇ। ਅਸੀਂ ਦੇਖਿਆ ਜਿਸ ਪੇਸ਼ੈਂਟ ਨੇ ਪਹਿਲਾਂ ਸਾਡੀ ਸੰਗਤ ਅਟੈਂਡ ਕੀਤੀ ਹੈ, ਜਾਂ ਜਿਹਨੂੰ ਅਸੀਂ ਕਲਾਸ ਵੀ ਕਹਿ ਦਿੰਦੇ ਹਾਂ, ਉਹ ਅਟੈਂਡ ਕੀਤੀ ਹੈ, ਉਸ ਤੋਂ ਬਾਅਦ ਉਹ ਸਾਡੀ ਟ੍ਰੀਟਮੈਂਟ 'ਚ ਆਇਆ, ਉਹ ਠੀਕ ਹੋਇਆ। ਜਿਸ ਪੇਸ਼ੈਂਟ ਨੂੰ ਕਿਸੇ ਨੇ ਘਰੇ ਜਾ ਕੇ ਸ਼ੁਰੂ ਕਰਵਾਤਾ ਉਹ ਠੀਕ ਨਹੀਂ ਹੋਇਆ, ਠੀਕ। ਇਹ ਸਾਡੀ ਹੀ ਤਲੀ 'ਤੇ ਜਮਾਈ ਹੋਈ ਸਰੋਂ ਹੈ, ਠੀਕ ਹੈ। ਉਹ ਠੀਕ ਨਹੀਂ ਹੋਇਆ। ਕਾਰਨ ਦੋਨਾਂ 'ਚ ਫਰਕ ਕੀ ਸੀ? ਫਰਕ ਇਹ ਸੀ ਕਿ ਜਿਹਨੇ ਕਲਾਸ ਅਟੈਂਡ ਕੀਤੀ ਸੀ ਉਹਨੂੰ ਇੱਕ ਇਹ ਵਿਸ਼ਵਾਸ ਹੋ ਗਿਆ ਕਿ ਮੈਂ ਰੋਗੀ ਕਿਉਂ ਆ, ਤੇ ਇਹ ਮੇਰਾ ਰੋਗ ਠੀਕ ਕਿਵੇਂ ਹੋ ਸਕਦਾ ਹੈ। ਔਰ ਤੀਸਰਾ ਵਿਸ਼ਵਾਸ ਉੱਥੇ ਇਹ ਹੋ ਜਾਂਦਾ ਕਿ ਉੱਥੇ ਜਦੋਂ ਇੱਕ ਰੋਗੀ ਬੈਠਾ ਹੁੰਦਾ ਤੇ 4 ਠੀਕ ਹੋਏ ਵੀ ਬੈਠੇ ਹੁੰਦੇ ਆ।
ਜਦੋਂ ਉਹ ਖੜੇ ਹੋ ਕੇ ਦੱਸਦੇ ਨੇ ਕਿ ਮੈਂ ਇੰਨੇ ਸਮੇਂ ਤੋਂ ਰੋਗੀ ਸੀ ਔਰ ਮੈਂ ਜਿਵੇਂ ਹੀ ਇਸ ਸੰਸਥਾ ਨਾਲ ਜੁੜਿਆ, ਐਜੂਕੇਸ਼ਨ ਨਾਲ ਜੁੜਿਆ, ਮੈਂ ਆਪਣੇ ਨੂੰ ਠੀਕ ਕਰਨਾ ਸ਼ੁਰੂ ਕੀਤਾ ਔਰ ਅੱਜ ਮੈਂ ਇੰਨੀਆਂ % ਐਲੋਪੈਥਿਕ ਦਵਾਈਆਂ ਬੰਦ ਕਰ ਚੁੱਕਿਆ ਹਾਂ। ਇਹਦਾ ਅਸਰ ਕੀਤੇ ਜਾ ਰਿਹਾ ਜਿਹੜਾ ਨਵਾਂ ਆਇਆ, ਠੀਕ ਹੈ, ਤੇ ਉਹਦਾ ਪਲੇਸਿਬੋ ਇਫੈਕਟ ਵਰਕਿੰਗ 'ਚ ਆ ਜਾਂਦਾ, ਠੀਕ ਹੈ, ਤੇ ਉਹ ਕਾਉਂਸਲਿੰਗ ਦਾ ਰੋਲ ਨਿਭਾ ਜਾਂਦਾ। ਤੇ ਜਿਹੜਾ ਪਰਸਨ ਕਾਉਂਸਲਿੰਗ ਤੋਂ ਬਿਨਾ ਸ਼ੁਰੂ ਕਰਦਾ ਉਹ ਤੇ ਰਿਜ਼ਲਟ ਨਹੀਂ ਆਉਂਦਾ, ਠੀਕ ਹੈ। ਇਹ ਜੋ ਗਰਾਊਂਡ ਦੀ ਸੱਚਾਈ ਅਸੀਂ ਹੁਣ ਤੱਕ ਦੇਖਿਆ। ਇਸੇ ਕਰਕੇ ਤੁਸੀਂ ਇਹ ਦੇਖੋਗੇ ਸਾਡੇ ਹਸਪੀਟਲ ਦੇ ਵਿੱਚ ਜਿੰਨੇ ਵੀ ਕਾਉਂਸਲਰ ਨੇ, ਜਿੰਨੇ ਵੀ ਸਾਡੇ ਵੈਲ ਵਰਕਰਸ ਨੇ, ਉਹ ਬੋਲਦੇ ਬਹੁਤ ਹੈ, ਠੀਕ ਹੈ। ਜਦੋਂ ਉਹਨਾਂ ਕੋਲ ਕੋਈ ਪੇਸ਼ੈਂਟ ਬੈਠ ਗਿਆ ਉਹ ਬੋਲਣਾ ਸ਼ੁਰੂ ਕਰ ਦਿੰਦੇ ਨੇ। ਕਿਉਂ? ਉਹਨਾਂ ਨੂੰ ਪਤਾ ਹੈ ਕਿ ਜਿੰਨਾ ਟਾਈਮ ਅਸੀਂ ਬੋਲਾਂਗੇ ਨਹੀਂ ਇਹਦਾ ਆਇਆ ਵਿਅਰਥ ਹੈ। ਉਹ ਚੁੱਪ। ਅੱਛਾ, ਸਾਡੇ ਵੈਲ ਵਰਕਰਸ ਤੋਂ ਲੈ ਕੇ ਇਨਕਲੂਡਡ ਮੀ, ਠੀਕ ਹੈ, ਅੰਦਰ ਤੱਕ ਸਾਰੇ ਬੋਲ ਰਹੇ ਹੁੰਦੇ ਨੇ, ਠੀਕ ਹੈ, ਸਾਰਾ ਦਿਨ ਬੋਲਦੇ ਰਹਿੰਦੇ ਨੇ। ਕਿਉਂ? ਇਹ ਇਕੱਲਾ ਪੈਨ ਚਲਾ ਕੇ ਤੰਦਰੁਸਤੀ ਨਹੀਂ ਹੋਣੀ, ਕਿਉਂਕਿ 80% ਰੋਗ ਦਿਮਾਗ ਦਾ ਹੁੰਦਾ ਹੈ। ਤੇ ਜਦ ਤੱਕ ਦਿਮਾਗ ਨੂੰ ਇੱਕ ਬਲੀਫ ਸਿਸਟਮ 'ਚ ਵਿਸ਼ਵਾਸ ਨਹੀਂ ਆਪਾਂ ਲੈ ਕੇ ਜਾਂਦੇ, ਉਹਨੂੰ ਪੇਸ਼ੈਂਟ ਨੂੰ ਇਹ ਵਿਸ਼ਵਾਸ ਨਹੀਂ ਹੁੰਦਾ ਕਿ ਮੈਂ ਆਪਣਾ ਰੋਗ ਠੀਕ ਮੇਰਾ ਇੱਥੋਂ ਹੋ ਸਕਦਾ ਤੇ ਮੈਂ ਆਪਣੇ ਰੋਗ ਨੂੰ ਆਪ ਠੀਕ ਕਰਨ ਲਈ ਤਿਆਰ ਹੋ ਸਕਦਾ, ਉਹਨਾਂ ਟਾਈਮ ਆਪਾਂ ਤੰਦਰੁਸਤੀ ਨਹੀਂ ਲਿਆ ਸਕਦੇ। ਔਰ ਇਹੀ ਅਸੀਂ ਸਮਝਦੇ ਕਿ ਸਾਡੇ ਕੋਲ ਇੱਕ ਛੋਟੀ ਜਿਹੀ ਪਰਮੇਸ਼ਰ ਨੇ ਸਾਨੂੰ ਤਾਕਤ ਦਿੱਤੀ ਹੋਈ ਹੈ ਕਿ ਅਸੀਂ ਪੇਸ਼ੈਂਟ ਦਾ ਇਲਾਜ ਉਹਦੇ ਹੱਥਾਂ 'ਚ ਦੇ ਦਿੰਦੇ ਹਾਂ। ਔਰ ਜਦੋਂ ਚੀਜ਼ ਤੁਹਾਡੇ ਹੱਥ 'ਚ ਹੁੰਦੀ ਹੈ ਨਾ, ਤੁਹਾਡਾ ਵਿਸ਼ਵਾਸ ਜ਼ਿਆਦਾ ਆ ਜਾਂਦਾ। ਐਜੂਕੇਸ਼ਨ ਤੁਹਾਨੂੰ ਮਿਲ ਹੀ ਰਹੀ ਹੁੰਦੀ ਹੈ, ਸੋ ਇਹਦਾ ਇਫੈਕਟ ਆਉਂਦਾ, ਤਾਂ ਉੱਥੇ ਪਲਾਸੀਬੋ ਇਫੈਕਟ ਕੰਮ ਕਰਦਾ ਜੀ। ਨੋਸੀਬੋ ਵੀ ਇਸੇ ਤਰ੍ਹਾਂ ਹੀ ਆ ਵੀ ਜਿੱਦਾਂ ਪੁੱਠੇ ਥਾਟਸ ਲਿਆਉਣਗੇ ਉਦਾਂ ਬੰਦਾ, ਜੇ ਬੰਦਾ ਸੋਚਣ ਲੱਗ ਜਾਏ ਵੀ ਮੈਂ ਬਿਮਾਰ ਹਾਂ, ਮੇਰੇ ਤੋਂ ਤਾਂ ਉੱਠਿਆ ਹੀ ਨਹੀਂ ਜਾਂਦਾ, ਮੇਰੇ ਤਾਂ ਬਹੁਤ ਮਾੜਾ ਹਾਲ ਹੈ, ਉਹ ਚੰਗਾ ਭਲਾ ਬੰਦਾ ਵੀ ਬਿਮਾਰ ਹੋ ਜਾਏਗਾ। ਨਸੀਬੋ ਦੇ ਉੱਤੇ ਇਹ ਵੀ ਹੈ ਜੋ ਤੁਸੀਂ ਬੋਲਿਆ। ਇੱਕ ਮੈਂ ਹੋਰ ਦੱਸ ਦਿੰਦਾ, ਪੇਸ਼ੈਂਟ ਆਇਆ, ਉਹਦਾ ਡਾਕਟਰ ਨੇ ਕਿਹਾ ਕਿ ਗੋਡੇ ਬਦਲਣੇ ਪੈਣਗੇ ਔਰ ਚੁੱਕਣਾ ਵੀ ਬਦਲਣਾ ਪਏਗਾ। ਸ਼ੂਗਰ ਦੀ ਗੋਲੀ 15 ਸਾਲ ਤੋਂ ਚੱਲ ਰਹੀ ਹੈ, BP ਦੀ ਗੋਲੀ 10 ਸਾਲ ਤੋਂ ਚੱਲ ਰਹੀ ਹੈ, ਥਾਇਰਾਇਡ ਦੀ ਗੋਲੀ ਖਾਧੇ ਬਿਨਾਂ ਨੀਂਦ ਨਹੀਂ ਆਉਂਦੀ, ਤੇ ਨੀਂਦ ਦੀ ਗੋਲੀ ਵੱਖਰੀ ਲੈਣੀ ਪੈਂਦੀ ਹੈ। ਇੰਨੇ ਰੋਗ ਜਦੋਂ ਅੰਦਰ ਉਹਦੀ ਡੋਜ਼ ਬਣਦੀ, ਉਹਨੂੰ ਦੱਸਿਆ ਜਾਂਦਾ 6 ਮਹੀਨੇ ਕੰਟੀਨਿਊ ਕਰਨਾ ਪਏਗਾ ਕਮ ਸੇ ਕਮ। ਮਿਲਟ ਥੈਰੇਪੀ ਫਿਰ ਲਾਈਫ ਟਾਈਮ ਸ਼ੈਡਿਊਲ ਵਾਈਜ਼ ਲੈਣੀ ਪਏਗੀ। ਤੇ ਜਦੋਂ ਬਾਹਰ ਆਉਂਦਾ ਵਾ ਉਹਨੂੰ ਰੁਪਈਆ 3000 ਦੇਣਾ ਪੈਂਦਾ, ਦਵਾਈ ਬਹੁਤ ਮਹਿੰਗੀ ਆ। ਉੱਥੇ ਕੀ ਉਹਨੇ ਐਕਟਿਵ ਕਰ ਲਿਆ? ਨਸੀਬੋ। ਉਹਨੂੰ ਇਹ ਨਹੀਂ ਯਾਦ ਕਿ ਮੇਰੇ ਸਰੀਰ ਦਾ ਕਵਾੜ ਹੋਇਆ ਪਿਆ, ਉਸ 15 ਸਾਲ ਦੀ ਗੰਦਗੀ ਨੂੰ ਬਾਹਰ ਕੱਢਣਾ ਹੈ, ਤਾਂ ਉਹ 3000 ਵੀ ਖਰਚਣ ਲਈ ਤਿਆਰ ਨਹੀਂ, ਕਿਉਂਕਿ ਉਹਦੇ ਸਰੀਰ ਦੇ ਅੰਦਰ ਡਾਕਟਰ ਜੇ ਉਹ ਮੈਡੀਕਲ ਸਾਇੰਸ ਕੋਲ ਜਾਵੇ ਤਾਂ ਘੱਟੋ ਘੱਟ 4 ਆਪਰੇਸ਼ਨ ਕਰਨ ਉਹਦੇ, ਠੀਕ ਹੈ, ਤੇ ਹੋ ਸਕਦਾ ਅੱਧਾ ਘਰ ਵਿਕ ਜਾਵੇ। ਤਾਂ ਉੱਥੇ ਉਹ ਕਹਿੰਦੇ ਮੈਡੀਸਨ ਬਹੁਤ ਮਹਿੰਗੀ ਹੈ, ਦਵਾਈ ਬੜੀ ਮਹਿੰਗੀ ਹੈ, ਤਾਂ ਉਹਨੇ ਆਪਦੀ ਕਾਉਂਸਲਿੰਗ ਆਪ ਹੀ ਗਲਤ ਕਰ ਲਈ। ਉਹ ਲੈ ਵੀ ਜਾਏਗਾ, ਰਿਜ਼ਲਟ ਨਹੀਂ ਆਏਗਾ, ਕਿਉਂਕਿ ਉਹਨੇ ਆਪਣੀ ਕਾਉਂਸਲਿੰਗ ਗਲਤ ਕਰ ਲਈ ਔਰ ਨਸੀਬੋ ਇਫੈਕਟ ਆਪਣੇ ਤੇ ਲਾਗੂ ਕਰ ਲਿਆ। ਤੇ ਜਦੋਂ ਹੁਣ ਬਹੁਤ ਸਾਰੇ ਇਸ ਤਰ੍ਹਾਂ ਦੇ ਸਾਨੂੰ ਇੱਥੇ ਮਿਲਦੇ ਨੇ, ਗੱਲਾਂ ਕਰ ਰਹੇ, ਸਮਝ ਲੱਗ ਜਾਂਦੀ ਹੈ, ਦੱਸ ਵੀ ਦਿੰਦੇ ਨੇ ਆਪਸ ਵਿੱਚ ਪੇਸ਼ੈਂਟ ਕੇ ਡਾਕਟਰ ਸਾਹਿਬ ਬਾਹਰ, ਤਾਂ ਉਹ ਇਸ ਤਰ੍ਹਾਂ ਦੇ ਵੀ ਮਿਲਦੇ ਨੇ, ਉਹ ਇੱਕ ਦੂਸਰੇ ਦੀ ਕਾਉਂਸਲਿੰਗ ਕਰਦੇ। ਮੈਂ ਇਸ ਤਰ੍ਹਾਂ ਦੇ ਵੀ ਪਰਿਵਾਰ ਦੇਖੇ ਆ, ਨਾਲ ਦਾ ਕਹਿ ਰਿਹਾ ਹੁੰਦਾ ਆਹ ਚੀਜ਼ ਇਸ ਤਰ੍ਹਾਂ, ਉਹ ਨੈਗੇਟਿਵ ਬੋਲ ਰਿਹਾ ਹੁੰਦਾ। ਇੱਕ ਪਰਿਵਾਰ ਆਇਆ ਨਾਲ ਹੀ ਉਹਨੂੰ ਸਮਝਾ ਰਿਹਾ ਹੁੰਦਾ ਵੀ ਭੈਣੇ ਦੇਖ ਤਾਂ ਤੇਰੇ ਅੰਦਰ ਰੋਗ ਵੀ ਤਾਂ ਕਿੱਡਾ ਪੁਰਾਣਾ ਹੈ। ਜੇ 15 ਦਿਨ ਦੀ ਦਵਾਈ ਦੇ ਨਾਲ ਤੈਨੂੰ ਇੰਨਾ ਕੁ ਅਸਰ ਆਇਆ, ਜੇ 90 ਦਿਨ ਡਾਕਟਰ ਸਾਹਿਬ ਨੇ ਕਿਹਾ 90 ਦਿਨ ਤੱਕ ਜਾਏਗੀ ਤਾਂ ਇੰਨਾ ਵੀ ਆਏਗਾ ਨਾ। ਰੋਗ ਵੀ ਦੇਖ ਕਿੰਨਾ ਪੁਰਾਣਾ, ਉਮਰ ਵੀ ਤੇਰੀ 65 ਸਾਲ, ਠੀਕ ਹੈ, ਇਸ ਉਮਰ 'ਚ ਤਾਂ ਰੋਟੀ ਨਹੀਂ ਪਚਦੀ ਤੇ ਤੈਨੂੰ ਦਵਾਈ ਪਚ ਗਈ, ਹੋਰ ਤੈਨੂੰ ਕੀ ਚਾਹੀਦਾ। ਉਹ ਇੱਕ ਦੂਸਰੇ ਦੀ ਕਾਉਂਸਲਿੰਗ ਕਰਕੇ ਉਹਦੇ ਅੰਦਰ ਪਲਾਸੀਬੋ ਇਫੈਕਟ ਚਾਲੂ ਕਰਵਾ ਦੇ। ਸੋ ਇਹ ਕਾਉਂਸਲਿੰਗ ਦਾ ਬੜਾ ਵੱਡਾ ਰੋਲ ਹੈ, ਠੀਕ ਹੈ। ਇਸੇ ਕਰਕੇ ਕਿਹਾ ਜਾਂਦਾ ਕਿ ਜਿਹੜਾ ਪੇਸ਼ੈਂਟ ਹੁੰਦਾ ਨਾ, ਉਹਦੇ ਕੋਲ ਕਦੀ ਵੀ ਨੈਗੇਟਿਵ ਗੱਲ ਨਹੀਂ ਕਰਨੀ ਚਾਹੀਦੀ, ਠੀਕ ਹੈ, ਤੇ ਕਿਉਂਕਿ ਉਹ ਤਾਂ ਵਿਚਾਰਾ ਆਪ ਸਾਹਾਂ 'ਤੇ ਹੁੰਦਾ, ਉਹ ਤਨਿਕਾ ਦਾ ਸਹਾਰਾ ਲੱਭ ਰਿਹਾ ਹੁੰਦਾ, ਤੇ ਤਨਿਕੇ ਦਾ ਸਹਾਰਾ ਤੁਹਾਡਾ ਵਿਚਾਰ ਉਹ ਬਣ ਸਕਦਾ ਉਹਦੇ ਲਈ। ਇੱਥੇ ਤਾਂ ਹਾਲਾਤ ਇਹ ਨੇ, ਆਪਣੇ ਪੰਜਾਬ ਦੇ ਵਿੱਚ ਇੱਕ ਕਲਚਰ ਹੈਗਾ, ਕਿਸੇ ਦਾ ਹਾਲ ਪੁੱਛਣ ਜਾਂਦੇ ਨੇ, ਉਹਨੂੰ ਕਹਿੰਦੇ ਨੇ ਉਹ 2 ਗੱਲਾਂ ਕਰਨ ਤੋਂ ਬਾਅਦ ਤੇਰੇ ਵਾਲਾ ਹੀ ਹਾਲ ਉਹਦਾ ਸੀ, ਉਹ ਤਾਂ ਮਰ ਗਿਆ, ਉਹਨੂੰ ਤਾਂ ਹਸਪਤਾਲ ਲੈ ਗਏ, ਉਹਨੂੰ ਤਾਂ ਹਾਰਟ ਅਟੈਕ ਹੋ ਗਿਆ, ਉਹਨੂੰ ਤਾਂ ਬ੍ਰੇਨ ਹੈਮਰੇਜ ਹੋ ਗਈ। ਉਹ ਜਿੰਨੀ ਨੈਗੇਟਿਵਿਟੀ ਪੁੱਛਣ ਵਾਲੇ ਫੈਲਾ ਲੈਂਦੇ ਨੇ, ਇੰਨੀ ਤਾਂ ਉਹਨਾਂ ਦਾ ਕੋਈ ਜਿਹੜਾ ਉਹਦੇ ਆਪਣੇ ਮਨ ਦੇ ਅੰਦਰ ਵੀ ਨਹੀਂ ਹੁੰਦੀ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਬਿਲਕੁਲ ਬਿਲਕੁਲ। ਔਰ ਉਹਨੂੰ ਇਹ ਵੀ ਕਿਹਾ ਜਾਂਦਾ ਹੈ ਵੀ ਫਲਾਨਾ ਤਾਂ 18ਵੇਂ ਦਿਨ ਮਰ ਗਿਆ ਸੀ, ਤੈਨੂੰ ਕਿੰਨਾ ਦੇਣਾ, ਠੀਕ ਹੈ, ਬਿਮਾਰ ਹੋਏ ਨੇ ਵੀ ਤੇਰੇ ਬਾਕੀ ਕਿੰਨੇ ਰਹਿ ਗਏ। ਸੋ ਉਹਦਾ ਵੀ ਨਸੀਬੋ ਇਫੈਕਟ ਐਕਟਿਵ ਹੋ ਜਾਂਦਾ ਹੈ, ਉਹ ਹੋਰ ਨੈਗੇਟਿਵ, ਹੋਰ ਮੋਰਲ ਡਾਊਨ ਹੋ ਜਾਂਦਾ। ਤਾਂ ਹੀ ਮੈਂ ਕਹਿ ਰਿਹਾ ਨਾ ਕਿ ਉਹਦੇ ਕੋਲ ਥੋੜ੍ਹੀ ਜਿਹੀ ਅੱਛੀ ਸਟੋਰੀ ਸੁਣਾਓ ਉਹਨੂੰ, ਠੀਕ ਹੈ। ਉਹਨੂੰ ਇਹ ਸੁਣਾਓ ਕਿ ਫਲਾਣੇ ਨੂੰ ਵੀ ਰੋਗ ਸੀ ਤਾਂ ਉਹਨੇ ਵੀ ਐਫਰਟ ਕੀਤਾ, ਫਲਾਣੇ ਡਾਕਟਰ ਤੋਂ ਉਹਨੂੰ ਆਰਾਮ ਆ ਗਿਆ, ਉਹ ਵੀ ਬਚ ਗਿਆ ਸੀ। ਤੇ ਪਰਮੇਸ਼ਰ ਦਾ ਦਿੱਤਾ ਹੋਇਆ ਸਰੀਰ ਹੈ ਇਹਦੇ ਅੰਦਰ, ਉਹ ਕਦੋਂ ਬਰਕਤ ਪਾ ਦੇ ਕੋਈ ਪਤਾ ਨਹੀਂ, ਉਹਦਾ ਉਮੀਦ ਨਹੀਂ ਅਖੀਰਲੇ ਘਰ ਤੱਕ ਛੱਡਣੀ ਹੈਗੀ। ਇਸ ਤਰ੍ਹਾਂ ਦੀ ਕਾਉਂਸਲਿੰਗ ਕਰੀਏ। ਅੱਛਾ, ਸਮੇਂ ਦੇ ਦੌਰਾਨ ਜਿਹੜਾ ਕੋਵਿਡ ਦੇ ਦੌਰਾਨ ਜਿਹੜੇ ਸੀ ਉਹਨੂੰ ਨੱਚਦੇ ਦੇਖੇ ਨੇ ਮੈਂ, ਉਹਨਾਂ ਕੋਲੇ ਪਰਿਵਾਰ ਜਿਹੜੇ ਨੇ ਕੋਵਿਡ ਦੇ ਪੇਸ਼ੈਂਟਸ ਦੇ ਕੋਲ ਬੁਰੇ ਹਾਲਾਤਾਂ ਦੇ ਜਿਹੜੇ ਲੋਕ ਸੀਗੇ। ਇੱਕ ਫਿਲਮ ਆਈ ਸੀਗੀ ਪਿਛਲੇ ਸਮੇਂ 'ਤੇ, ਮੁੰਨਾ ਭਾਈ MBBS, ਉਹਦੇ ਵਿੱਚ ਉਹ ਬੰਦਾ ਪੈਰਾਲਾਈਸਿਸ ਹੋਇਆ ਪਿਆ ਹੁੰਦਾ ਤੇ ਉਸ ਦੇ ਕੋਲ ਆ ਕੇ ਉਹ ਕੋਮਾ 'ਚ ਗਿਆ ਹੁੰਦਾ, ਤਾਂ ਉਹ ਬੰਦੇ ਦੇ ਕੋਲ ਆ ਕੇ ਬੋਲਦੇ ਨੇ, ਕੋਈ ਡਾਕਟਰ ਦੀ ਦਵਾਈ ਨਹੀਂ ਕੰਮ ਕਰ ਰਹੀ ਹੁੰਦੀ,
ਉਹਦੇ ਕੋਲ ਕਾਉਂਸਲਿੰਗ ਕਰੀ ਜਾਂਦਾ, ਉਹਦੇ ਕੋਲ ਆ ਕੇ ਬੈਠਾ ਉਹਦੇ ਨਾਲ ਗੱਲਾਂ ਕਰਦਾ ਤੇ ਉਹ ਬੰਦਾ ਬੋਲਣ ਲੱਗ ਜਾਂਦਾ। ਬਿਲਕੁਲ ਬਿਲਕੁਲ ਸਰ, ਉਹ ਜੇ ਮੁੰਨਾ ਬਾਈ ਦੇ ਜ਼ਿਕਰ ਕੀਤਾ ਉਹ 'ਚੋਂ ਇੱਕ ਜਾਦੂ ਕੀ ਜੱਫੀ ਦਿੰਦਾ ਹੈ, ਹਾਂ ਬਿਲਕੁਲ ਠੀਕ ਹੈ, ਜੱਫੀ ਪਾਉਣਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਤਾਂ ਉਹ ਜਾਦੂ ਕੀ ਜੱਫੀ ਦੇ ਵਿੱਚ ਇਹੀ ਚੀਜ਼ ਹੁੰਦੀ ਹੈ ਕਿ ਉਹਦੇ ਮਨ ਨੂੰ ਇੱਕ ਠਹਿਰਾਓ ਮਿਲਦਾ ਹੈ, ਸ਼ਾਂਤੀ ਮਿਲਦੀ ਹੈ ਕਿ ਮੈਨੂੰ ਕੋਈ ਪਿਆਰ ਕਰਨ ਵਾਲਾ ਇਸ ਧਰਤੀ ਤੇ ਹੈ। ਸੋ ਇਹ ਚੀਜ਼ਾਂ ਸਾਰੀਆਂ ਵਰਕ ਕਰਦੀਆਂ ਨੇ। ਅਲਟੀਮੇਟ ਇਹਦੇ ਵਿੱਚ ਐਂਡੋਰਫਿਨ ਔਰ ਡੋਪਾਮਾਈਨ, ਇਹ ਦੋ ਜਿਹੜੇ ਹਾਰਮੋਨਸ ਨੇ ਉਹ ਬੋਡੀ ਉਹ ਹੈਲਪ ਕਰਦੇ ਨੇ ਇਹ ਸਾਰੇ ਇਫੈਕਟ ਨੂੰ ਇੱਕ ਪੋਜ਼ਿਟਿਵ ਰਿਜ਼ਲਟ ਤੱਕ ਲੈ ਕੇ ਆਉਣ ਦੇ ਵਿੱਚ, ਠੀਕ ਹੈ। ਬਾਕੀ ਅਜੇ ਵੀ ਰਿਸਰਚ ਇੱਥੇ ਚਾਲੂ ਹੈ, ਅਜੇ ਤੱਕ ਮੈਡੀਕਲ ਸਾਇੰਸ ਇਸ ਚੀਜ਼ ਨੂੰ ਕਲੀਅਰ ਨਹੀਂ ਕਰ ਪਾਈ ਕਿ ਇਹ ਕਿਹੜੇ ਇਲਾਜ ਤੇ ਪੂਰੀ ਤਰ੍ਹਾਂ ਲਾਗੂ ਹੋ ਸਕਦਾ ਹੈ ਔਰ ਇਹਤੇ ਕਿਹੜੇ ਰੋਗ ਦੇ ਵਿੱਚ ਇਲਾਜ ਜਿਹੜੇ ਕਿ ਹੋ ਸਕਦੇ ਨੇ। ਇਹ ਜੀ ਸਾਬਤ ਨਹੀਂ, ਪੂਰਾ ਨਹੀਂ ਸਾਬਤ ਕਰ ਪਾਈ, ਲੇਕਿਨ ਹੁਣ ਤੱਕ ਜਿੰਨਾ ਕੁ ਵੀ ਸਾਬਤ ਹੋਇਆ ਕਿ ਉਹ ਚੀਜ਼ਾਂ ਆਪਾਂ ਵੀ ਦੇਖੀਆਂ ਨੇ ਕਿ ਕੋਈ 5 ਵਾਰੀ ਇਸ਼ਨਾਨ ਕਰਕੇ ਆਉਂਦਾ ਠੀਕ ਵੀ ਹੋ ਜਾਂਦਾ, ਠੀਕ ਹੈ। ਕੋਈ ਕਿਸੇ ਗੁਰਦੁਆਰਾ ਸਾਹਿਬ ਜਾਂਦਾ, ਉੱਥੇ ਬਾਬਾ ਜੀ ਦੀ ਅਰਦਾਸ ਕਰਾਉਂਦਾ ਠੀਕ ਹੋ ਜਾਂਦਾ, ਠੀਕ ਹੈ, ਕਿਉਂਕਿ ਉਹਦਾ ਵਿਸ਼ਵਾਸ ਹੀ ਉਸ ਚੀਜ਼ 'ਤੇ ਜੁੜਿਆ ਹੋਇਆ ਸੀ। ਸੇਮ ਉਹ ਧੰਨੇ ਭਗਤ ਵਾਲੀ ਕਹਾਣੀ ਹੈ ਕਿ ਉਹਨੂੰ ਪੱਥਰ, ਹਾਲੀ ਕੋ ਪੱਥਰ ਸੀ ਪਰ ਉਹਦਾ ਵਿਸ਼ਵਾਸ ਹੀ ਉਹ ਇੰਨਾ ਸਟਰੋਂਗ ਸੀ ਕਿ ਉਹਨੂੰ ਉਹਦੇ 'ਚੋਂ ਵੀ ਉਹਦੇ ਦਰਸ਼ਨ ਹੋ ਗਏ, ਠੀਕ ਹੈ। ਤੇ ਅਸੀਂ ਰੈਗੂਲਰ ਗੁਰਦੁਆਰਾ ਸਾਹਿਬ ਜਾਈਏ ਤੇ ਅਸੀਂ ਉੱਥੇ ਵੀ 4 ਬੰਦੇ ਲੜ ਕੇ ਆ ਜਾਂਦੇ ਹਾਂ। ਤਾਂ ਇਹ ਦੋਨਾਂ 'ਚ ਫਰਕ ਕੀ ਇਹ ਕਿ ਵਿਸ਼ਵਾਸ, ਥਾਟ, ਕਿ ਉਹਨੂੰ ਪਤਾ ਸੀ ਕਿ ਇਸ ਪੱਥਰ 'ਚ ਮੇਰਾ ਠਾਕੁਰ ਹੈ। ਤੇ ਸਾਨੂੰ ਗੁਰਦੁਆਰਾ ਸਾਹਿਬ 'ਚ ਜਾ ਕੇ ਵੀ ਡਰ ਨਹੀਂ ਹੁੰਦਾ, ਉੱਥੇ ਵੀ ਇੱਕ ਦੂਸਰੇ ਨਾਲ ਤਾਬਿਆਂ 'ਚ ਬਹਿ ਕੇ ਲੜ ਪੈਣੇ ਕਈ ਵਾਰੀ। ਤਾਂ ਉਹ ਇਹ ਦੋਨਾਂ ਚੀਜ਼ਾਂ 'ਚ ਇਫੈਕਟ ਕੀ ਹੈਗਾ, ਬਿਲੀਫ ਸਿਸਟਮ, ਵਿਸ਼ਵਾਸ। ਤੇ ਇਹਦੀ ਸਾਇੰਟੀਫਿਕ ਜੋ ਇਹਦੀ ਵਰਡਿੰਗ ਆ ਜਾਂਦੀ ਪਲੇਸੀਬੋ ਇਫੈਕਟ, ਠੀਕ ਹੈ, ਕਿ ਉਸ ਬ੍ਰੇਨ ਨੇ ਆਪਣੇ ਉਹ ਵਾਲੇ ਕੈਮੀਕਲ ਛੱਡਣੇ ਸ਼ੁਰੂ ਕਰ ਦਿੱਤੇ, ਠੀਕ ਹੈ। ਔਰ ਜਿਹਨੂੰ ਸਾਡੇ ਗ੍ਰੰਥਾਂ 'ਚ ਵੀ ਲਿਖਿਆ ਗਿਆ, ਜੋ ਬ੍ਰਹਿਮੰਡੇ ਸੋਈ ਵਿੱਚ ਪਿੰਡੇ, ਜੋ ਖੋਜੇ ਸੋ ਪਾਵੇ, ਠੀਕ ਹੈ। ਤਾਂ ਜੋ ਪਰਮੇਸ਼ਰ ਨੇ ਸਾਡੇ ਅੰਦਰ ਪੂਰੇ ਦਾ ਪੂਰਾ ਬ੍ਰਹਿਮੰਡ ਸਮਾ ਕੇ ਰੱਖਿਆ ਹੋਇਆ, ਉਹ ਅਥਾਹ ਹੈ, ਉਹਨੂੰ ਨਾਪਿਆ ਨਹੀਂ ਜਾ ਸਕਦਾ। ਅਜੇ ਵੀ ਕਈ ਤਰ੍ਹਾਂ ਦੀਆਂ ਖੋਜਾਂ ਹੋ ਰਹੀਆਂ ਨੇ, ਅਜੇ ਤੱਕ ਵੀ 2-3% ਤੋਂ ਵੱਧ ਅਜੇ ਗਾਹ ਨਹੀਂ ਕੋਈ ਵੱਧ ਸਕਿਆ ਹੈਗਾ। ਲੇਕਿਨ ਇਹ ਸੱਚ ਹੈਗਾ ਕਿ ਜੋ ਪਰਮੇਸ਼ਰ ਨੇ ਆਪਣੇ ਅੰਦਰ ਰੱਖਿਆ, ਸੇਮ ਹੀ ਉਹਨੇ ਜੋਤ ਸਾਡੇ ਅੰਦਰ ਰੱਖੀ ਹੈ। ਜੇ ਉਹਨੇ ਸੇਮ ਨਾ ਸਾਡੇ ਅੰਦਰ ਰੱਖਿਆ ਹੁੰਦਾ ਤਾਂ ਸਾਨੂੰ ਉਹ, ਕਿਉਂਕਿ ਪਰਮੇਸ਼ਰ ਜੇ ਸਿਰਜਣਹਾਰਾ ਹੈ, ਸ੍ਰਿਸ਼ਟੀ ਦਾ ਰਚਨਕਾਰ ਹੈ, ਤਾਂ ਉਹਨੇ ਸਾਨੂੰ ਵੀ ਸਿਰਜਣਹਾਰਾ ਬਣਾਇਆ। ਕਿਵੇਂ? ਤੁਹਾਡੇ ਪਰਿਵਾਰ ਦਾ ਨਵਾਂ ਜੀ ਤੁਹਾਡੇ ਸਰੀਰ 'ਚੋਂ ਪੈਦਾ ਹੁੰਦਾ। ਤਾਂ ਇਹ ਸਿਰਜਣਹਾਰੇ ਦੀ ਹੀ ਇੱਕ ਸਪੈਸੀਫਿਕੇਸ਼ਨ ਹੈ, ਉਹਦਾ ਦਿੱਤਾ ਹੋਇਆ ਹੀ ਸਾਡੇ ਅੰਦਰ ਗੁਣ ਹੈ ਕਿ ਅਸੀਂ ਆਪਣੇ ਪਰਿਵਾਰ ਦਾ ਅਗਲਾ ਚੀਜ਼ ਆਪਣੀ ਬਾਡੀ 'ਚੋਂ ਤਿਆਰ ਹੁੰਦਾ। ਤਾਂ ਇਹ ਉਹਦੀ ਹੀ ਇੱਕ ਸਾਇੰਸ ਹੈ, ਨੈਚੁਰਲ ਸਾਇੰਸ ਹੈ। ਸੋ ਉਹਨੇ ਸੇਮ ਬਣਾਇਆ। ਸੋ ਜਿਹੜਾ ਉਸ ਜੋਤ, ਬੁਝੇ ਹੋਏ ਦੀਵੇ ਦੀ ਬੱਤੀ ਨੂੰ ਜੋਤ ਲਗਾਉਣ 'ਚ ਕਾਮਯਾਬ ਹੋ ਜਾਂਦਾ, ਉਹ ਫਿਰ ਉਸ ਚੀਜ਼ 'ਤੇ ਉਹਦਾ ਪਲੇਸੀਬੋ ਇਫੈਕਟ ਜ਼ਿਆਦਾ ਵਰਕ ਕਰ ਜਾਂਦਾ। ਤੇ ਜਿਹਦਾ ਦੀਵੇ ਦੀ ਬੱਤੀ ਬੁਝੀ ਰਹਿ ਜਾਂਦੀ, ਉਹਦਾ ਨਸੀਬੋ ਇਫੈਕਟ ਵਰਕ ਕਰ ਜਾਂਦਾ, ਠੀਕ ਹੈ। ਸੋ ਸੇਮ ਹੀ ਕਿ ਕਈਆਂ ਨੂੰ ਸਵਾਦ ਦੀ ਪੁੜੀ ਤੋਂ ਵੀ ਆਰਾਮ ਆ ਜਾਂਦਾ, ਕਈਆਂ ਚੰਗੇ ਡਾਕਟਰ ਦੇ ਕੋਲ ਜਾ ਕੇ ਆਰਾਮ ਨਹੀਂ ਆਉਂਦਾ, ਕਈਆਂ ਨੂੰ ਪੱਥਰ 'ਚ ਵੀ ਰੱਬ ਲੱਭ ਜਾਂਦਾ, ਕਈ ਡੇਲੀ ਰੈਗੂਲਰ ਗੁਰਦੁਆਰਾ ਸਾਹਿਬ ਜਾਂਦੀ, ਉੱਥੋਂ ਨਹੀਂ ਲੱਭਦਾ, ਕਈ ਝਾੜਿਆਂ ਨਾਲ ਹੀ ਠੀਕ ਹੋ ਜਾਂਦੇ, ਕਈ ਝਾੜਿਆਂ ਨਾਲ ਠੀਕ ਹੋ ਜਾਂਦੇ। ਬਿਲਕੁਲ। ਤਾਂ ਉਹ ਵਰਕ ਅੰਦਰ ਦੇ ਵਿਸ਼ਵਾਸ ਨੇ ਕਰਨਾ। ਸੋ ਮੇਨ ਇਹੀ ਹੈ ਕਿ ਜਦੋਂ ਵੀ ਤੁਸੀਂ ਕੋਈ ਰੈਮਡੀ ਯੂਜ਼ ਕਰਦੇ ਹੋ, ਚਾਹੇ ਕੋਈ ਵੀ ਨੈਚੁਰਲ ਹੈਲਥ ਸਾਇੰਸ ਨੂੰ ਫੋਲੋ ਕਰਕੇ ਲੈਂਦੇ ਹੋ, ਵਿਸ਼ਵਾਸ ਦਾ ਹੋਣਾ ਬੜਾ ਜ਼ਰੂਰੀ ਹੈ। ਜੇ ਵਿਸ਼ਵਾਸ ਨਹੀਂ ਹੈ ਤਾਂ ਫੋਲੋ ਹੀ ਨਾ ਕਰੋ, ਕਿਉਂਕਿ ਉਹਦਾ ਰਿਜ਼ਲਟ ਖਰਾਬ ਹੋ ਰਿਹਾ, ਉਹਦੀ ਰੇਟਿੰਗ 'ਚ ਫਰਕ ਆਏਗਾ। ਸੋ ਜ਼ਰੂਰੀ ਹੈ, ਕੁਦਰਤ ਨੇ ਸਾਡੇ ਅੰਦਰ ਉਸ ਤਰ੍ਹਾਂ ਦੀ ਮੈਡੀਸਨ ਬਣਾਉਣ ਵਾਲੀਆਂ, ਅੰਦਰ ਵੀ ਉਹ ਦਵਾਈਆਂ ਬਣਦੀਆਂ ਨੇ ਸਾਡੇ, ਜਿਸ ਤਰੀਕੇ ਨਾਲ ਅਸੀਂ ਸੋਚਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਨਿਊਜ਼ ਏਸ਼ੀਆ ਪੰਜਾਬੀ ਸਾਰੇ ਦਰਸ਼ਕਾਂ ਦਾ ਪਿਆਰ ਔਰ ਆਸ਼ੀਰਵਾਦ ਦੇਣ ਲਈ ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ। ਸੋ ਸਨ ਡਾਕਟਰ ਵਰਿੰਦਰ ਸਿੰਘ ਭੁੱਲਰ, ਜਿਨ੍ਹਾਂ ਨੇ ਸਾਨੂੰ ਪਲਾਸੀਬੋ ਤੇ ਨਸੀਬੋ ਦੋਨੋਂ ਇਫੈਕਟਸ ਬਾਰੇ ਜਿਹੜੀ ਸਾਨੂੰ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ ਹੈ, ਤੇ ਸਾਨੂੰ ਜਾਣਕਾਰੀ ਦੇਣ ਦੇ ਨਾਲ ਨਾਲ ਇਹ ਸਮਝਾਇਆ ਹੈਗਾ ਕਿ ਕਿਸ ਤਰੀਕੇ ਦੇ ਨਾਲ ਜੇ ਆਪਾਂ ਥਾਟ ਨੈਗੇਟਿਵ ਲਿਆਉਂਦੇ ਹਾਂ, ਨਕਾਰਾਤਮਕ ਸੋਚ ਲਿਆਉਂਦੇ ਹਾਂ ਆਪਣੇ ਅੰਦਰ, ਤਾਂ ਉਹ ਸਾਡੇ ਸਰੀਰ ਦੇ ਅੰਦਰ ਕਿਸ ਤਰ੍ਹਾਂ ਦੇ ਜਿਹੜੇ ਰਿਐਕਸ਼ਨ ਪੈਦਾ ਕਰਦੇ ਹੈਗੇ। ਤੇ ਜੇਕਰ ਆਪਾਂ ਪੋਜ਼ਿਟਿਵ ਸਕਾਰਾਤਮਕ ਜਿਹੜੀ ਸੋਚ ਲੈ ਕੇ ਆਉਂਦੇ ਹਾਂ ਤਾਂ ਉਹਦੇ ਨਾਲ ਅਸੀਂ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਵੱਡੇ ਵੱਡੇ ਬਦਲਾਅ ਕਰ ਦਿੰਦੇ ਹਾਂ। ਨਕਾਰਾਤਮਕ ਸੋਚ ਦੇ ਨਾਲ ਜਿਹੜਾ ਉਹ ਇੱਕ ਕੈਦੀ ਜਿਹੜਾ ਉਹ ਬਿਨਾਂ ਜ਼ਹਿਰ ਦਿੱਤਿਆਂ ਹੀ, ਬਿਨਾਂ ਕੋਬਰਾ ਦਾ ਡੰਗ ਵੱਜਿਆਂ ਹੀ ਉਹ ਮਰ ਜਾਂਦਾ, ਤੇ ਉਹਦੇ ਅੰਦਰੋਂ ਉਸ ਤਰ੍ਹਾਂ ਦਾ ਜ਼ਹਿਰ ਨਿਕਲਦਾ ਜਿਸ ਤਰ੍ਹਾਂ ਦਾ ਕੋਬਰਾ ਦੇ ਡੰਗ ਦਾ ਹੁੰਦਾ। ਤੇ ਠੀਕ ਹੋਣ ਵਾਲੇ ਜਿਹੜੇ ਝਾੜਿਆਂ ਨਾਲ ਵੀ ਠੀਕ ਹੋ ਜਾਂਦੇ ਨੇ। ਸੋ ਹੁਣ ਡਿਪੈਂਡ ਇਹਦੇ 'ਤੇ ਕਰਦਾ ਕਿ ਤੁਸੀਂ ਜਿਹੜਾ ਇਸ ਨੂੰ ਕਿਸ ਤਰੀਕੇ ਨਾਲ ਲੈਂਦੇ ਹੋ। ਇੱਥੇ ਸ਼ੇਰ ਯਾਦ ਆਉਂਦਾ ਕਿ ਖਤ ਤੋਂ ਲਿਖਾ ਹੈ ਮੈਨੇ ਉनको, ਮਗਰ ਡਰ ਇਹ ਹੈ ਕਿ ਮੈਨੇ ਕਿਆ ਲਿਖਾ ਉनको ਔਰ ਉਹ ਕਿਆ ਸਮਝੇਗਾ। ਸੋ ਅਸੀਂ ਤੁਹਾਨੂੰ ਕਿਸ ਤਰੀਕੇ ਨਾਲ ਸਮਝਾਇਆ ਹੈਗਾ ਤੇ ਤੁਸੀਂ ਇਸ ਨੂੰ ਕਿਸ ਤਰੀਕੇ ਨਾਲ ਸਮਝੋ, ਇਹਦੇ 'ਤੇ ਜਿਹੜਾ ਹੁਣ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ। ਤੁਹਾਡੇ ਕਮੈਂਟ ਦੇ ਵਿੱਚੋਂ ਪਤਾ ਲੱਗੇਗਾ ਵੀ ਤੁਸੀਂ ਇਹਦੇ ਵਿੱਚੋਂ ਕਮੈਂਟ ਕਰਕੇ ਕਿਸ ਤਰ੍ਹਾਂ ਆਪਣੀ ਸੋਚ ਨੂੰ ਸਾਡੇ ਸਾਹਮਣੇ ਜ਼ਾਹਰ ਕਰਦੇ ਹੈਗੇ ਹੋ। ਤੇ ਡਿਪੈਂਡ ਕਰਦਾ ਕਿ ਸਾਡੀ ਇਸ ਗੱਲਬਾਤ ਦੇ ਵਿੱਚੋਂ ਤੁਸੀਂ ਪਲਾਸੀਬੋ ਇਫੈਕਟ ਲੈਂਦੇ ਹੋ ਜਾਂ ਨੋਸੀਬੋ ਇਫੈਕਟ ਲੈਂਦੇ ਹੈਗੇ ਹੋ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੇਣਾ। ਜਿਹੜਾ ਵੀ ਇਫੈਕਟ ਤੁਹਾਡੇ 'ਚ ਆਇਆ, ਪਲਾਸੀਬੋ ਜਾਂ ਨੋਸੀਬੋ,
ਦੋਨਾਂ ਦੇ ਬਾਰੇ ਸਾਨੂੰ ਰਾਏ ਸਾਨੂੰ ਸਾਡੇ ਕਮੈਂਟ ਬਾਕਸ ਜ਼ਰੂਰ ਦੇਣਾ। ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।